हाँ जी, नैक्सट जो आपां करांगे अज स्ट्रक्चरल बॉन्डिंग दा पार्ट 3 उहदे विच है अपने कोले लोकलाइज्ड एंड डीलोकलाइज्ड कैमिकल बॉन्ड। ठीक है, दो चीज़ां इहदे विच आपां करांगे इस वीडियो दे विच, लोकलाइज्ड कैमिकल बॉन्ड्स ते वंडर वाल्स इंट्रैक्शनस। ठीक है, सब तो पहला आपां स्टार्ट करते हैं लोकलाइज्ड एंड डीलोकलाइज्ड कैमिकल बॉन्ड्स। जिहड़े ये मतलब हुंदे की ने, सब तो पहला तो देखिए जदों ਤਾਂ ਕੋਈ ਵੀ ਕੋਵਲੈਂਟ ਬੌਂਡ ਬਣਦਾ ਜਿਹੜਾ, ਠੀਕ ਹੈ, ਉਹਦੇ ਵਿੱਚ ਸ਼ੇਅਰਿੰਗ ਆਫ ਇਲੈਕਟ੍ਰੋਨਸ ਹੁੰਦੀ ਆ। ਇਲੈਕਟ੍ਰੋਨਸ ਦੋ ਐਟਮਸ ਨੇ ਕੋਈ ਆਪਦੇ ਇਲੈਕਟ੍ਰੋਨਸ ਸ਼ੇਅਰ ਕਰਦੇ ਨੇ ਤਾਂ ਆਪਣੇ ਕੋਲ ਕੋਵਲੈਂਟ ਬੌਂਡ ਹੈ ਜਿਹੜਾ ਉਹ ਬਣ ਜਾਂਦਾ ਗਾ। ਠੀਕ ਹੈ, ਇਹ ਸ਼ੇਅਰਿੰਗ ਹੁੰਦੀ ਕਿਵੇਂ ਆ, ਜਦੋਂ ਅਟੋਮਿਕ ਆਰਬਿਟਲਸ ਨੇ ਜਿਹੜੇ ਉਹ ਓਵਰਲੈਪ ਕਰਦੇ ਨੇ, ਓਵਰਲੈਪ ਕਰਨ ਤੋਂ ਬਾਅਦ ਉਹ ਨਵਾਂ ਆਰਬਿਟਲ ਬਣਾਉਂਦੇ ਨੇ। ਉਸ ਆਰਬਿਟਲ ਨੂੰ ਆਪਾਂ ਕਹਿੰਦੇ ਮੋਲੀਕੂਲਰ ਆਰਬਿਟਲ। ਠੀਕ ਹੈ, ਇਹ ਜਿਹੜੀ ਚੀਜ਼ ਹੈ ਇਹ ਡਿਟੇਲ ਦੇ ਵਿੱਚ ਤੁਸੀਂ ਇਨਆਰਗੈਨਿਕ ਦੇ ਵਿੱਚ ਪੜ੍ਹੋਗੇ ਵੀ ਮੋਲੀਕੂਲਰ ਆਰਬਿਟਲ ਥਿਊਰੀ ਕੀ ਹੁੰਦੀ ਹੈ ਅਤੇ ਮੋਲੀਕੂਲਰ ਆਰਬਿਟਲ ਕਿਵੇਂ ਬਣਦੇ ਨੇ। ਇੱਥੇ ਸਿਰਫ ਆਪਾਂ ਨੂੰ ਇੰਨਾ ਕੀ ਹੈ ਇਹ ਵੀ ਜਦੋਂ ਐਟਮਸ ਨੇ ਜਿਹੜੇ ਉਹਨਾਂ ਦੇ ਉਹ ਆਰਬਿਟਲਸ, ਅਟੋਮਿਕ ਆਰਬਿਟਲ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ, ਜਦੋਂ ਓਵਰਲੈਪ ਕਰਦੇ ਨੇ ਤਾਂ ਮੋਲੀਕੂਲਰ ਆਰਬਿਟਲਸ ਨੇ ਜਿਹੜੇ ਉਹ ਬਣ ਜਾਂਦੇ। ਠੀਕ ਹੈ, ਹੁਣ ਜਿਹੜੇ ਇਹ ਇਲੈਕਟ੍ਰੋਨਸ ਨੇ ਸ਼ੇਅਰ ਕੀਤੇ ਦੋ ਐਟਮਸ ਨੇ, ਉਹ ਦੋਨੇ ਇਲੈਕਟ੍ਰੋਨਸ ਨੇ ਜਿਹੜੇ ਇਸ ਮੋਲੀਕੂਲਰ ਆਰਬਿਟਲ ਦੇ ਵਿੱਚ ਜਾਣਗੇ। ਠੀਕ ਹੈ, ਹੁਣ ਇਹ ਮੋਲੀਕੂਲਰ ਆਰਬਿਟਲ ਹੈ ਜਿਹੜਾ ਉਹ ਡਿਸਾਈਡ ਕਰੂਗਾ ਵੀ ਇਲੈਕਟ੍ਰੋਨਸ ਦੀ ਪੋਜੀਸ਼ਨ ਕੀ ਹੋਊਗੀ ਮੋਲੀਕਿਊਲ ਦੇ ਵਿੱਚ। ਠੀਕ ਹੈ, ਹੁਣ ਇਹ ਮੋਲੀਕੂਲਰ ਆਰਬਿਟਲ ਕਿੱਦਾਂ ਦਾ ਹੋਊਗਾ, ਕਿਵੇਂ ਮਤਲਬ ਇਹਦੀਆਂ ਕੀ ਪ੍ਰੋਪਰਟੀਜ਼ ਹੋਣਗੀਆਂ, ਇਹ 'ਤੇ ਡਿਪੈਂਡ ਕਰਦਾ ਵੀ ਬੌਂਡ ਹੈ ਜਿਹੜਾ ਉਹ ਲੋਕਲਾਈਜ਼ਡ ਹੈ ਜਾਂ ਡੀਲੋਕਲਾਈਜ਼ਡ ਕੈਮੀਕਲ ਬੌਂਡ ਹੈ। ਇਹਨੂੰ ਹੁਣ ਆਪਾਂ ਡਿਟੇਲ ਦੇ ਵਿੱਚ ਪੜ੍ਹਨਾ ਇਸੇ ਚੀਜ਼ ਨੂੰ। ਠੀਕ ਹੈ, ਸਭ ਤੋਂ ਪਹਿਲਾਂ ਹੈ ਆਪਣੇ ਕੋਲ ਲੋਕਲਾਈਜ਼ਡ ਕੈਮੀਕਲ ਬੌਂਡ। ਠੀਕ ਹੈ, ਹੁਣ ਲੋਕਲਾਈਜ਼ਡ ਕੈਮੀਕਲ ਬੌਂਡ ਕੀ ਹੈ, ਦੋ ਐਟਮਸ ਨੇ, ਦੋਨਾਂ ਨੇ ਆਰਬਿਟਲਸ ਆਪਣੇ ਦੋਨੇ ਅਟੋਮਿਕ ਆਰਬਿਟਲ, ਇੱਕ ਐਟਮ ਦਾ ਅਤੇ ਦੂਸਰਾ ਅਟੋਮਿਕ ਆਰਬਿਟਲ ਦੂਸਰੇ ਐਟਮ ਦਾ ਜਿਹੜਾ ਹੈ, ਦੋਨੇ ਜਦੋਂ ਓਵਰਲੈਪ ਕੀਤੇ ਤਾਂ ਮੋਲੀਕੂਲਰ ਆਰਬਿਟਲ ਬਣ ਗਿਆ। ਠੀਕ ਹੈ, ਹੁਣ ਜਦੋਂ ਮੋਲੀਕੂਲਰ ਆਰਬਿਟਲ ਬਣਿਆ ਤਾਂ ਦੋਨਾਂ ਐਟਮਸ ਨੇ ਜਿਹੜੇ ਇਲੈਕਟ੍ਰੋਨਸ ਸੀ ਆਪਦੇ ਇਲੈਕਟ੍ਰੋਨਸ ਦੇਤੇ ਅਤੇ ਜਿਹੜਾ ਮੋਲੀਕੂਲਰ ਆਰਬਿਟਲ ਹੈ ਉਹ ਦੋਨੇ ਨਿਊਕਲੀਅਸ ਦੇ ਵਿਚਾਲੇ ਰਿਹਾ। ਆ ਪਹਿਲਾ ਐਟਮ ਹੈ, ਇਹਦਾ ਨਿਊਕਲੀਅਸ ਪੋਜ਼ੀਟਿਵ ਵਾਲਾ, ਆ ਦੂਸਰਾ ਐਟਮ ਹੈ ਇਹਦਾ ਨਿਊਕਲੀਅਸ ਪੋਜ਼ੀਟਿਵ ਵਾਲਾ। ਇਹ ਦੋਨਾਂ ਨਿਊਕਲੀਅਸ ਦੇ ਇਹਦੇ ਕੋਲ ਵੀ ਜਿਵੇਂ ਆਪਾਂ ਹਾਈਡਰੋਜਨ ਐਟਮ 'ਚ ਐਗਜ਼ਾਮਪਲ ਲੈ ਲਈਏ। ਠੀਕ ਹੈ, ਇੱਕ ਇਲੈਕਟ੍ਰੋਨ ਦੋਨਾਂ ਕੋਲ ਆ ਇਲੈਕਟ੍ਰੋਨ ਇਹਦਾ ਪਿਆ, ਆ ਇਲੈਕਟ੍ਰੋਨ ਇਹਦਾ ਪਿਆ। ਠੀਕ ਹੈ, ਜਦੋਂ ਦੋਨੇ ਇਹ ਓਵਰਲੈਪ ਕਰ ਲੈਣਗੇ, ਠੀਕ ਹੈ, ਦੋਨਾਂ ਦੇ ਆਰਬਿਟਲਸ ਜਦੋਂ ਓਵਰਲੈਪ ਕਰ ਲੈਣਗੇ, ਠੀਕ ਹੈ, ਤਾਂ ਉਸ ਟਾਈਮ 'ਤੇ ਜਦੋਂ ਦੋਨੇ ਇਲੈਕਟ੍ਰੋਨਸ ਨੇ ਉਹ ਦੋਨੇ ਇਲੈਕਟ੍ਰੋਨਸ ਨੇ ਜਿਹੜੇ ਨਿਊਕਲੀਅਸ ਦੇ ਵਿਚਾਲੇ ਮਿਲਣਗੇ ਤੁਹਾਨੂੰ। ਠੀਕ ਹੈ, ਆਹ ਦੋਨੇ ਨਿਊਕਲੀਅਸ ਨੇ, ਇਹਨਾਂ ਦੋਨਾਂ ਨਿਊਕਲੀਅਸ ਦੇ ਵਿਚਾਲੇ ਜਦੋਂ ਤੁਹਾਨੂੰ ਇਲੈਕਟ੍ਰੋਨ ਮਿਲਣਗੇ, ਮਤਲਬ ਇਹਨਾਂ ਦੋਨਾਂ ਆਰਬਿਟਲਸ ਦੀ ਓਵਰਲੈਪਿੰਗ ਦੇ ਨਾਲ ਜਿਹੜਾ ਤੁਹਾਡੇ ਕੋਲ ਆਰਬਿਟਲ ਬਣਦਾ ਹੈ ਉਹ ਆਰਬਿਟਲ ਦੋਨਾਂ ਨਿਊਕਲੀਅਸ ਦੇ ਵਿਚਾਲੇ ਬਣਦਾ। ਠੀਕ ਹੈ, ਮੋਲੀਕੂਲਰ ਆਰਬਿਟਲ ਜਿਹੜਾ ਬਣਿਆ, ਹੁਣ ਜਦੋਂ ਆਰਬਿਟਲ ਦੋਨੇ ਨਿਊਕਲੀਅਸ ਦੇ ਵਿਚਾਲੇ ਰਹੂਗਾ ਤਾਂ ਇਲੈਕਟ੍ਰੋਨਸ ਵੀ ਆਰਬਿਟਲਸ ਦੇ ਵਿੱਚ ਹੀ ਰਹਿਣਗੇ। ਠੀਕ ਹੈ, ਤਾਂ ਇਲੈਕਟ੍ਰੋਨਸ ਨੇ ਜਿਹੜੇ ਉਹ ਦੋਨੇ ਉਸੇ ਆਰਬਿਟਲ ਦੇ ਵਿੱਚ ਰਹਿੰਦੇ ਆ। ਇਹ ਜਿਹੜਾ ਹੈ ਮੈਂ ਇਹ ਐਟਮਸ ਬਣਾਏ ਨੇ, ਠੀਕ ਹੈ, ਸ਼ੈਲਸ ਬਣਾਏ ਹੋਏ ਨੇ ਇਹ। ਠੀਕ ਹੈ, ਤਾਂ ਇਹਨਾਂ ਨੂੰ ਆਰਬਿਟਲ ਨਾ ਸਮਝੋ, ਜਿਹੜਾ ਸਰਕਲ ਹੈ ਇਹ ਆਰਬਿਟਲ ਨਹੀਂ ਹੈ। ਠੀਕ ਹੈ, ਇਹ ਸਿਰਫ ਮੈਂ ਹਾਈਡਰੋਜਨ ਐਟਮ ਬਣਾਇਆ ਹੋਇਆ ਅਤੇ ਜਦੋਂ ਦੋਨੇ ਮਿਲਦੇ ਤਾਂ ਹਾਈਡਰੋਜਨ ਮੋਲੀਕਿਊਲ ਬਣਦਾ। ਜੇ ਇਹਨੂੰ ਉੱਦਾਂ ਬਣਾਉਂਦੇ ਆਗੇ ਵੀ ਹਾਂ, ਜੇ ਆਰਬਿਟਲ ਵਾਈਜ਼ ਬਣਾਉਂਦੇ ਆ ਫਿਰ ਇਹਦੀ ਡਾਇਗਰਾਮ ਹੋਰ ਤਰੀਕੇ ਨਾਲ ਬਣੂ। ਇੱਥੇ ਮੈਂ ਐਟਮਸ ਬਣਾਏ ਹੋਏ ਨੇ, ਇਸ ਲਈ ਇੱਥੇ ਐਟਮ ਅਤੇ ਮੋਲੀਕਿਊਲ ਲਿਖਿਆ ਹੋਇਆ, ਆਰਬਿਟਲ ਨਹੀਂ ਲਿਖਿਆ ਹੋਇਆ। ਇਹ ਚੀਜ਼ ਦਾ ਧਿਆਨ ਰੱਖਿਓ। ਕੋਈ ਵੀ ਜਦੋਂ ਤੁਸੀਂ ਚੀਜ਼ ਬਣਾਉਂਦੇ ਹੋ ਤਾਂ ਉਹਦਾ ਧਿਆਨ ਰੱਖੋ ਵੀ ਉਹ ਬਣਾ ਕੀ ਰਹੇ ਹੋ ਅਤੇ ਉੱਥੇ ਲਿਖੋ ਪ੍ਰੋਪਰ ਵੀ ਐਟਮ ਹੈ, ਮੋਲੀਕਿਊਲ ਹੈ, ਆਰਬਿਟਲ ਹੈ ਜਾਂ ਕੀ ਚੀਜ਼ ਹੈ। ਠੀਕ ਹੈ, ਤਾਂ ਹੁਣ ਕੀ ਹੁੰਦਾ ਗਾ, ਜਦੋਂ ਦੋਨੇ ਇਲੈਕਟ੍ਰੋਨਸ ਨੇ ਜਿਹੜੇ ਦੋਨਾਂ ਨਿਊਕਲੀਅਸ ਦੇ ਵਿਚਾਲੇ ਰਹਿ ਗਏ, ਠੀਕ ਹੈ, ਤਾਂ ਲੋਕਲੀ ਰਹਿ ਗਏ ਇਹ, ਮਤਲਬ ਜਿੱਥੇ ਹੈਗੇ ਸੀ ਆਹ ਨਿਊਕਲੀਅਸ ਇੱਧਰਲੇ ਪਾਸੇ ਸੀ, ਆਹ ਨਿਊਕਲੀਅਸ ਇੱਧਰਲੇ ਪਾਸੇ ਸੀ, ਜਾਂ ਕਹਿ ਲਓ ਵੀ ਆਹ ਇੱਕ ਨਿਊਕਲੀਅਸ ਕੋਲੇ ਸੀ, ਆਹ ਦੂਸਰੇ ਨਿਊਕਲੀਅਸ ਕੋਲੇ ਸੀ, ਤਾਂ ਦੋਨੇ ਇਲੈਕਟ੍ਰੋਨਸ ਦੋਨਾਂ ਨਿਊਕਲੀਅਸ ਦੇ ਵਿਚਾਲੇ ਆ ਗਏ, ਦੋਨੇ ਇਲੈਕਟ੍ਰੋਨਸ ਦੋਨਾਂ ਨਿਊਕਲੀਅਸ ਕੋਲੇ ਨੇ। ਠੀਕ ਹੈ, ਤਾਂ ਲੋਕਲੀ ਰਹਿ ਗਏ ਇੱਕ ਤਰੀਕੇ ਨਾਲ, ਮਤਲਬ ਵੀ ਜਿੱਥੇ ਸੀ ਉੱਥੇ ਹੀ ਰਹਿ ਗਏ। ਤਾਂ ਇਸ ਕਰਕੇ ਇਸ ਤਰ੍ਹਾਂ ਦਾ ਜਿਹੜਾ ਬੌਂਡ ਬਣਦਾ ਉਸ ਨੂੰ ਆਪਾਂ ਕਹਿੰਦੇ ਹਾਂ ਲੋਕਲਾਈਜ਼ਡ ਕੈਮੀਕਲ ਬੌਂਡ। ਜਦੋਂ ਬੌਂਡ ਦੇ ਇਲੈਕਟ੍ਰੋਨਸ ਨੇ ਜਿਹੜੇ ਉਹ ਦੋ ਐਟਮਸ ਦੇ ਵਿਚਾਲੇ, ਦੋ ਐਟਮਸ ਦੇ ਨਿਊਕਲੀਅਸ ਦੇ ਵਿਚਾਲੇ ਰਹਿਣ ਤਾਂ ਉਸ ਤਰੀਕੇ ਦਾ ਜਿਹੜਾ ਬੌਂਡ ਬਣੂਗਾ ਉਸ ਨੂੰ ਆਪਾਂ ਕਹਾਂਗੇ ਲੋਕਲਾਈਜ਼ਡ ਕੈਮੀਕਲ ਬੌਂਡਸ। ਠੀਕ ਹੈ, ਅਤੇ ਉਸ ਤੋਂ ਬਾਅਦ ਇਹਦੀਆਂ ਐਗਜ਼ਾਮਪਲਸ ਸਾਰੇ ਦੇ ਸਾਰੇ ਸਿਗਮਾ ਬੌਂਡਸ ਹੁੰਦੇ ਨੇ, ਜਿੰਨੇ ਵੀ ਸਿਗਮਾ ਬੌਂਡ ਬਣਦੇ ਨੇ, ਕੋਈ ਵੀ ਸਿਗਮਾ ਬੌਂਡ ਹੈ, ਚਾਹੇ ਕਾਰਬਨ ਦਾ, ਚਾਹੇ ਕਾਰਬਨ ਹਾਈਡਰੋਜਨ ਦਾ, ਕਾਰਬਨ ਕਲੋਰੀਨ ਦਾ, ਹਾਈਡਰੋਜਨ ਦਾ, ਕੋਈ ਵੀ ਸਿਗਮਾ ਬੌਂਡ ਹੈ ਜਿਹੜਾ ਉਹ ਹਮੇਸ਼ਾ ਲੋਕਲਾਈਜ਼ਡ ਬੌਂਡ ਹੋਊਗਾ। ਮਤਲਬ ਉਹਦੇ ਇਲੈਕਟ੍ਰੋਨਸ ਨੇ ਜਿਹੜੇ ਦੋਨੇ ਬੌਂਡਡ ਐਟਮਸ ਦੇ ਵਿਚਾਲੇ ਰਹਿਣਗੇ। ਠੀਕ ਹੈ, ਇਹ ਸ਼ਾਇਦ ਤੁਹਾਨੂੰ ਨਵੀਂ ਚੀਜ਼ ਲੱਗਦੀ ਹੋਵੇ ਵੀ ਹਾਂ ਐਟਮਸ ਦੇ ਵਿਚਾਲੇ ਹੀ ਰਹਿੰਦੇ ਨੇ ਇਲੈਕਟ੍ਰੋਨ, ਤਾਂ ਇਹ ਚੀਜ਼ ਕਿਉਂ ਪੜ੍ਹਾਈ ਜਾਂਦੀ ਹੈ, ਪਰ ਜਦੋਂ ਆਪਾਂ ਡੀਲੋਕਲਾਈਜ਼ਡ ਪੜ੍ਹਾਂਗੇ ਉੱਥੇ ਇਹ ਚੀਜ਼ ਕਲੀਅਰ ਹੋ ਜੂ ਵੀ ਹਾਂ ਇਹ ਲੋਕਲਾਈਜ਼ਡ ਕਿਉਂ ਪੜ੍ਹਿਆ ਆਪਾਂ ਪਹਿਲਾਂ। ਠੀਕ ਹੈ, ਦੂਸਰੀ ਚੀਜ਼, ਜੇ ਤੁਹਾਡੇ ਕੋਲ ਇੱਕ ਪਾਈ ਬੌਂਡ ਹੈ,
ठीक है। सिंगल बॉन्ड है ਜਿਹੜੇ ਸਾਰੇ ਨੇ सिग्मा बॉन्ड नेगे वो लोकलाइज्ड ਹੁੰਦੇ ਆ। ਤੇ ਪਾਈ ਬੌਂਡ 'ਤੇ ਆ ਜਾਈਏ ਆਪਾਂ, ठीक है। ਪਾਈ ਬੌਂਡ ਦੇ ਨਾਲ ਹੁਣ सिग्मा बॉन्ड ਤਾਂ ਹੋਊਗਾ ਹੀ ਹੋਊਗਾ। ਆ सिग्मा ਆ ਪਾਈ ਬੌਂਡ ਹੋ ਗਿਆ, ठीक है। ਤਾਂ ਦੋਨੇ ਦੇ ਦੋਨੇ ਆ ਕਾਰਬਨਾਂ ਦੇ ਵਿਚਾਲੇ ਨੇ ਬੌਂਡ, सिग्मा ਵੀ ਅਤੇ ਪਾਈ ਵੀ। ਤਾਂ ਦੋਨੇ ਲੋਕਲਾइज्ड, ਪਾਈ ਬੌਂਡ ਵੀ ਲੋਕਲਾइज्ड ਹੈ, सिग्मा बॉन्ड ਹੈ ਜਿਹੜਾ ਉਹ ਵੀ ਲੋਕਲਾइज्ड ਹੈ। ਸਿੰਗਲ सिग्मा बॉन्ड, ठीक है। ਤਿੰਨ ਤਰ੍ਹਾਂ ਦੇ ਬਣਦੇ ਨੇ ਇਹ, सिग्मा बॉन्ड, ਸਿੰਗਲ ਪਾਈ ਬੌਂਡ ਅਤੇ ਸਿੰਗਲ ਪਾਈ ਬੌਂਡ ਅਤੇ ਆਈਸੋਲੇਟਡ ਪਾਈ ਬੌਂਡਸ। ਜੇ ਇੱਕ ਤੋਂ ਵੱਧ ਪਾਈ ਬੌਂਡ ਹੋਣ ਤਾਂ ਦੋਨੇ ਆਈਸੋਲੇਟਡ ਹੋਣੇ ਚਾਹੀਦੇ ਆ। ਪਾਈ ਬੌਂਡ ਆਪਾਂ ਨੂੰ ਪਤਾ ਤਿੰਨ ਤਰ੍ਹਾਂ ਦੇ ਹੁੰਦੇ ਆ, ਸਿੰਗਲ, ਆਈਸੋਲੇਟਡ ਅਤੇ ਕੰਜੂਗੇਟਡ, ठीक है। तो कंजूगेटेड नहीं देखना अपना इत्थे। तीसरा है आइसोलेटेड। आइसोलेटेड मतलब ਜਿਹੜੇ ਦੋ ਜਿਹੜੀ ਕਾਰਬਨ ਨਾਲ ਡਬਲ ਬੌਂਡ ਹੈ ਉਸ ਤੋਂ ਬਾਅਦ ਦੋ ਜਾਂ ਦੋ ਤੋਂ ਵੱਧ ਸਿੰਗਲ ਬੌਂਡਸ ਹੋਣ। ਇੱਥੇ ਸਿੰਗਲ ਬੌਂਡ ਕਿੰਨੇ ਨੇ? 1 2 3, ਦੂਸਰੇ ਡਬਲ ਬੌਂਡ ਤੋਂ ਪਹਿਲਾਂ, ਠੀਕ ਹੈ। ਜੇ ਇੱਕ ਸਿੰਗਲ ਬੌਂਡ ਹੁੰਦਾ ਤਾਂ ਉੱਥੇ ਕੰਜੂਗੇਟਡ ਹੁੰਦਾ। ਜੇ ਇੱਕ ਤੋਂ ਵੱਧ ਸਿੰਗਲ ਬੌਂਡਸ ਨੇ ਤਾਂ ਕੀ ਹੈ ਉਹ ਆਈਸੋਲੇਟਡ ਹੈ। ਹੁਣ ਇਹ ਵੀ ਆਈਸੋਲੇਟਡ ਹੈ, ਆ ਵੀ ਆਈਸੋਲੇਟਡ ਹੈ। ਦੂਸਰਾ ਡਬਲ ਬੌਂਡ ਹੈ ਜਿਹੜਾ ਉਹ ਤਿੰਨ ਬੌਂਡਸ ਤੋਂ ਬਾਅਦ ਦੇ ਵਿੱਚ ਬਣਦਾ। ਤਾਂ ਦੋਨੇ ਬੌਂਡਸ ਆਈਸੋਲੇਟਡ ਨੇ ਤਾਂ ਕਰਕੇ ਇਹ ਕੀ ਹੋਣਗੇ? ਲੋਕਲਾਈਜ਼ਡ ਹੋਣਗੇ, ਠੀਕ ਹੈ। ਹੁਣ ਆਪਾਂ ਪੜ੍ਹਦੇ ਹਾਂ ਡੀਲੋਕਲਾਈਜ਼ਡ। ਜਿਹੜਾ ਡੀਲੋਕਲਾਈਜ਼ਡ ਹੈ ਉਹਦੇ ਵਿੱਚ ਹੈ ਕੀ ਆ? ਧਿਆਨ ਨਾਲ ਇਹ ਚੀਜ਼ ਧਿਆਨ ਨਾਲ ਸਮਝਣ ਵਾਲੀ ਹੈ, ਠੀਕ ਹੈ। ਜਦੋਂ ਦੋ ਐਟਮਸ ਦੇ ਐਟੋਮਿਕ ਔਰਬਿਟਲਸ ਓਵਰਲੈਪ ਕਰਦੇ ਨੇ ਅਤੇ ਓਵਰਲੈਪ ਕਰਨ ਤੋਂ ਬਾਅਦ ਮੋਲੀਕੂਲਰ ਔਰਬਿਟਲ ਜਦੋਂ ਉਹ ਬਣਾ ਦਿੰਦੇ ਨੇ, ਠੀਕ ਹੈ। ਪਰ ਜਿਹੜਾ ਮੋਲੀਕੂਲਰ ਔਰਬਿਟਲ ਹੈ ਉਹ ਐਟਮਸ ਦੇ ਵਿਚਾਲੇ ਨਹੀਂ ਰਹਿੰਦਾ, ਉਹ ਦੋ ਐਟਮਸ ਤੋਂ ਵੱਧ ਐਟਮਸ ਦੇ ਉੱਪਰ ਜਾਂ ਕਹਿ ਲਓ ਨੀਚੇ ਕਹਿ ਲਓ ਜਾਂ ਉੱਪਰ ਕਹਿ ਲਓ ਵੀ ਉਹ ਦੋ ਜਾਂ ਦੋ ਤੋਂ ਵੱਧ ਮਤਲਬ ਦੋ ਨਹੀਂ, ਦੋ ਤੋਂ ਵੱਧ ਐਟਮਸ ਨਾਲ ਉਹ ਰਿਲੇਟਡ ਹੁੰਦਾ ਗਾ, ਰਿਲੇਟ ਕਰਦਾ ਗਾ, ਠੀਕ ਹੈ। ਦੋ ਐਟਮਸ 'ਤੇ ਨਹੀਂ ਰਹਿੰਦਾ ਉਹ, ਮਤਲਬ 3 ਜਾਂ 4 ਜਾਂ 5 ਜਿੰਨੇ ਵੀ ਐਟਮਸ ਹੋਣਗੇ ਉਹਨਾਂ ਨਾਲ ਉਹ ਪੂਰੇ ਸਾਰੇ ਦੇ ਸਾਰੇ ਐਟਮਸ ਨਾਲ ਜੁੜਿਆ ਹੋਇਆ ਹੋਊਗਾ। ਉਹ ਸਿਰਫ ਦੋ ਐਟਮਸ ਨਾਲ ਜੁੜਿਆ ਹੋਇਆ ਨਹੀਂ ਹੋਊਗਾ। ਤਾਂ ਇਸ ਤਰੀਕੇ ਦਾ ਜਿਹੜਾ ਬੌਂਡ ਹੋਊਗਾ, ਜਦੋਂ ਉਸ ਔਰਬਿਟਲ ਦੇ ਵਿੱਚ ਇਲੈਕਟ੍ਰੋਨਸ ਜਾਣਗੇ ਤਾਂ ਜਿਹੜਾ ਬੌਂਡ ਬਣੂਗਾ ਉਹ ਡੀਲੋਕਲਾਈਜ਼ਡ ਕੈਮੀਕਲ ਬੌਂਡ ਬਣੂਗਾ। ਹੁਣ ਇਹ ਬਣਦਾ ਕਿਵੇਂ ਹੈ? ਇਹਨੂੰ ਸਮਝਣ ਦੇ ਲਈ ਆਪਾਂ ਇੱਕ ਐਗਜ਼ਾਮਪਲ ਦੇਖਦੇ ਹਾਂ। ਐਗਜ਼ਾਮਪਲ ਦੇਖਣ ਦੇ ਲਈ ਬਿਊਟਾਡਾਈਨ ਹੈ, ਠੀਕ ਹੈ। ਬਿਊਟਾਡਾਈਨ ਮੋਲੀਕਿਊਲ ਲਿਆ ਆਪਾਂ, ਉਹਦੇ ਵਿੱਚ ਆਪਾਂ ਨੂੰ ਪਤਾ ਵੀ ਬਿਊਟ ਮਤਲਬ 4 ਕਾਰਬਨ, ਠੀਕ ਹੈ। ਡਾਈਨ ਮਤਲਬ 2 ਡਬਲ ਬੌਂਡ, ਠੀਕ ਹੈ। 4 ਕਾਰਬਨਾਂ ਅਤੇ 2 ਡਬਲ ਬੌਂਡ। ਤਾਂ ਇਹ ਬਣਿਆ ਕਿਵੇਂ? ਬਿਊਟਾਡਾਈ 1,4 ਬਿਊਟਾਡਾਈਨ ਜੇ ਬਣਾਈਏ ਆਪਾਂ ਤਾਂ ਬਣਿਆ ਕਿਵੇਂ? ਇੱਥੇ ਮੈਂ ਬਣਾ ਦਿੰਦਾ CH2 ਡਬਲ ਬੌਂਡ CH, ਸਿੰਗਲ ਬੌਂਡ CH, ਡਬਲ ਬੌਂਡ CH2, 1 2 3 ਅਤੇ 4, 1 ਅਤੇ 3, ਠੀਕ ਹੈ। 1 3 1 2 3 4 ਬਿਊਟਾ, 1 ਅਤੇ 2 ਡਬਲ ਬੌਂਡ, 2 ਡਬਲ ਬੌਂਡ ਨੇ ਤਾਂ ਡਾਈਨ, ਬਿਊਟਾਡਾਈਨ, ਠੀਕ ਹੈ। ਜਿਹੜਾ ਬਿਊਟਾਡਾਈਨ ਹੈ 1 3 ਬਿਊਟਾਡਾਈਨ, ਉਹਦੇ ਵਿੱਚ ਸਾਰੀਆਂ ਦੇ ਸਾਰੀਆਂ ਕਾਰਬਨਾਂ ਨੇ ਜਿਹੜੀਆਂ ਚਾਰੇ ਦੀਆਂ ਚਾਰੇ ਕਾਰਬਨਾਂ sp2 ਹਾਈਬ੍ਰਿਡਾਈਜ਼ਡ ਨੇ। sp2 ਹਾਈਬ੍ਰਿਡਾਈਜ਼ਡ ਕਾਰਬਨਾਂ ਨੇ ਮਤਲਬ ਉਹਦੇ ਵਿੱਚ ਕੀ ਹੈ? 3 ਤਾਂ sp2 ਹਾਈਬ੍ਰਿਡਾਈਜ਼ਡ ਔਰਬਿਟਲਸ ਨੇ। ਜਿਹੜਾ ਚੌਥਾ p ਔਰਬਿਟਲ ਲੈ ਗਿਆ, ਠੀਕ ਹੈ। ਚੌਥਾ ਜਿਹੜਾ ਔਰਬਿਟਲ ਹੈ ਉਹ p ਔਰਬਿਟਲ ਹੈ ਜਿਹੜਾ ਕਿ ਅਨਹਾਈਬ੍ਰਿਡਾਈਜ਼ਡ ਹੈ। ਹੁਣ ਅਨਹਾਈਬ੍ਰਿਡਾਈਜ਼ਡ p ਔਰਬਿਟਲ ਹੋਊਗਾ ਤਾਂ ਇਹਨਾਂ ਤਿੰਨਾਂ ਔਰਬਿਟਲਸ ਦੇ ਪਰਪੈਂਡੀਕੂਲਰ ਪਲੇਨ ਦੇ ਵਿੱਚ ਹੋਊਗਾ। ਆਪਾਂ sp2 ਹਾਈਬ੍ਰਿਡਾਈਜੇਸ਼ਨ ਦੇ ਵਿੱਚ ਪੜ੍ਹਿਆ ਸੀ ਇਹ ਚੀਜ਼, ਠੀਕ ਹੈ। ਇਹਨੂੰ ਯਾਦ ਰੱਖਿਓ। ਹੁਣ ਜਿਹੜੇ sp2 ਹਾਈਬ੍ਰਿਡਾਈਜ਼ਡ 3 ਔਰਬਿਟਲਸ ਨੇ ਉਹ ਨਾਲ ਵਾਲੀ ਕਾਰਬਨ ਨਾਲ ਅਤੇ ਹਾਈਡਰੋਜਨਸ ਨਾਲ ਮਿਲ ਕੇ ਬੌਂਡ ਬਣਾ ਲੈਣਗੇ। ਕਾਰਬਨ ਦਾ sp2 ਹਾਈਬ੍ਰਿਡ ਔਰਬਿਟਲ ਹੋਊਗਾ ਨਾਲ ਵਾਲੀ ਦਾ, ਠੀਕ ਹੈ। ਅਤੇ ਜਿਹੜਾ H ਹੋਊਗਾ ਉਹਦਾ 1s ਔਰਬਿਟਲ ਹੋਊਗਾ। ਉਹਨਾਂ ਨਾਲ ਮਿਲ ਕੇ ਉਹਨਾਂ ਨੇ ਬੌਂਡ ਬਣਾ ਲਿਆ। ਤਾਂ ਆਪਣੇ ਕੋਲ ਬੇਸਿਕਲੀ ਬਣਿਆ ਕਿ ਆਪਣੇ ਕੋਲ ਬੇਸਿਕਲੀ ਆਹ ਚੀਜ਼ ਬਣ ਗਈ, ਠੀਕ ਹੈ। CH2 CH CH CH2, ਠੀਕ ਹੈ। ਜਿਹੜੇ p ਔਰਬਿਟਲਸ ਨੇ 4 ਉਹ ਇੱਦਾਂ ਰਹਿ ਗਏ ਉੱਪਰ ਅਤੇ ਨੀਚੇ, ਠੀਕ ਹੈ। ਆਹ ਚੀਜ਼ ਪੜ੍ਹ ਲਿਓ ਤੁਸੀਂ ਬਾਅਦ ਦੇ ਵਿੱਚ, ਮੈਂ PDF ਪਾ ਦੂੰਗਾ। ਹੁਣ ਆਹ ਡਾਇਗਰਾਮਸ ਸਮਝ ਲਓ ਬਸ, ਡਾਇਗਰਾਮਸ ਦੇ ਨਾਲ ਹੀ ਤੁਹਾਨੂੰ ਡੀਲੋਕਲਾਈਜ਼ਡ ਕੈਮੀਕਲ ਬੌਂਡ ਸਮਝ ਆ ਜਾਊਗਾ। ਤਾਂ ਇਹਦੇ ਵਿੱਚ ਹੋਊਗਾ ਕਿ ਹੁਣ ਜਿਹੜੇ ਆ 4 ਔਰਬਿਟਲਸ ਰਹਿ ਗਏ, ਇਹ ਡਾਇਗਰਾਮ ਹੈ, ਇਹਦੇ ਵਿੱਚ 4 p ਔਰਬਿਟਲਸ ਬਿਫੋਰ ਓਵਰਲੈਪ, ਠੀਕ ਹੈ। ਚਾਰੇ p ਔਰਬਿਟਲਸ ਉਵੇਂ ਹੀ ਪਏ ਨੇ। ਚਾਰਾਂ p ਔਰਬਿਟਲਸ ਦੇ ਵਿੱਚ ਇੱਕ ਇੱਕ ਇਲੈਕਟ੍ਰੋਨ ਆ ਹਰੇਕ ਦੇ ਵਿੱਚ, ਠੀਕ ਹੈ। ਹੁਣ ਇਹਦੇ ਵਿੱਚ ਇਹ ਓਵਰਲੈਪ ਕਿਵੇਂ ਕਰ ਸਕਦੇ ਨੇ? ਦੋ ਪੋਸੀਬਿਲਿਟੀਆਂ ਨੇ ਇਹਨਾਂ ਦੀਆਂ ਓਵਰਲੈਪ ਕਰਨ ਦੀਆਂ। ਪਹਿਲੀ ਪੋਸੀਬਿਲਿਟੀ ਹੈ ਜਿਹੜੀ ਉਹਦੇ ਵਿੱਚ ਪਹਿਲੀ ਕਾਰਬਨ ਅਤੇ ਦੂਸਰੀ ਕਾਰਬਨ ਦੇ p ਔਰਬਿਟਲਸ ਓਵਰਲੈਪ ਕਰਨਗੇ, ਠੀਕ ਹੈ। ਅਤੇ ਤੀਸਰੀ ਅਤੇ ਚੌਥੀ ਕਾਰਬਨ ਦੇ ਔਰਬਿਟਲਸ ਓਵਰਲੈਪ ਕਰਨਗੇ। ਇਹ ਪਹਿਲੀ ਪੋਸੀਬਿਲਿਟੀ ਹੈ। C1 ਅਤੇ C2 ਓਵਰਲੈਪ ਕਰੂਗਾ, C3 ਅਤੇ C4 ਓਵਰਲੈਪ ਕਰਨਗੇ, C1 C2 C3 C4, ਠੀਕ ਹੈ। ਦੂਸਰੀ ਪੋਸੀਬਿਲਿਟੀ ਕੀ ਹੈ ਵੀ ਇਹ ਦੋਨੇ ਨਹੀਂ ਕਰਦੇ ਹੈਗੇ, ਆਹ ਜਿਹੜੇ ਦੋਨੇ ਨਾਲ ਲੱਗਦੇ ਆ ਇਹ ਓਵਰਲੈਪ ਕਰ ਲੈਣਗੇ। ਕਿਉਂ? ਕਿਉਂਕਿ ਚਾਰੇ ਦੇ ਚਾਰੇ ਨੇ ਜਿਹੜੇ ਇੱਕੋ ਹੀ ਪਲੇਨ ਦੇ ਵਿੱਚ ਨੇ, ਇਹਨਾਂ ਨੂੰ ਘੁੰਮਣ ਦੀ ਲੋੜ ਨਹੀਂ, ਕੁਛ ਕਰਨ ਦੀ ਲੋੜ ਨਹੀਂ, ਸਾਰੇ ਇੱਕ ਪਲੇਨ ਦੇ ਵਿੱਚ ਪਏ ਨੇ। ਤਾਂ ਓਵਰਲੈਪ ਮਤਲਬ ਕੋਈ ਵੀ ਦੋ ਓਵਰਲੈਪ ਕਰ ਸਕਦੇ ਨੇ,
ठीक है, कोई भी दो आपस ਦੇ ਵਿੱਚ ਓਵਰਲੈਪ ਨਾਲ ਲੱਗਦੇ ਕਰ ਸਕਦੇ ਨੇ, ठीक है, क्योंकि एक प्लेन ਦੇ ਵਿੱਚ ਪਏ ਨੇ। ਇੱਕ प्लेन 'ਚ ਕਿਉਂ ਨੇ? ਕਿਉਂਕਿ sp2 ਹਾਈਬ੍ਰਿਡਾਈਜੇਸ਼ਨ ਹੈ, 120 ਦਾ ਬੌਂਡ ਐਂਗਲ ਹੁੰਦਾ ਅਤੇ ਉਹ ਇੱਕੋ ਪਲੇਨਰ ਟਰਾਈਗੋਨਲ ਪਲੇਨਰ ਜਿਓਮੈਟਰੀ ਹੁੰਦੀ ਆ ਉਹਦੀ, ठीक है। ਇਹ ਚੀਜ਼ ਯਾਦ ਰੱਖਿਓ। ਬੇਸਿਕ ਚੀਜ਼ਾਂ ਨੇ ਇਹ ਸਾਰੀਆਂ ਕੰਮ ਆਉਣਗੀਆਂ, ਜੇ ਤੁਹਾਨੂੰ ਆਉਂਦੀਆਂ ਹੋਣਗੀਆਂ ਤਾਂ ਹੀ ਤੁਸੀਂ ਐਕਸਪਲੇਨ ਕਰ ਸਕਦੇ ਹੋ। ਤਾਂ ਦੂਸਰੀ ਜਿਹੜੀ ਪੋਸੀਬਿਲਿਟੀ ਆ ਉਹ ਕੀ ਹੈ? ਸੈਕਿੰਡ ਅਤੇ ਥਰਡ ਕਾਰਬਨਸ ਆਪਸ ਦੇ ਵਿੱਚ ਓਵਰਲੈਪ ਕਰਨਗੀਆਂ, ਠੀਕ ਹੈ। ਸੀ ਡਾਇਗਰਾਮ ਸੈਕਿੰਡ ਅਤੇ ਥਰਡ ਕਾਰਬਨ ਦੇ ਪੀ ਔਰਬਿਟਲਸ ਦਾ ਓਵਰਲੈਪ। ਹੁਣ ਆਹ ਦੋਨੇ ਵੀ ਓਵਰਲੈਪ ਕਰ ਸਕਦੇ ਨੇ, ਆਹ ਦੋਨੇ ਵੀ ਓਵਰਲੈਪ ਕਰ ਸਕਦੇ ਅਤੇ ਆਹ ਦੋਨੇ ਵੀ ਓਵਰਲੈਪ ਕਰ ਸਕਦੇ ਨੇ, ਮਤਲਬ ਸਾਰੇ ਦੇ ਸਾਰੇ ਇੱਕ ਦੂਸਰੇ ਨਾਲ ਓਵਰਲੈਪ ਕਰ ਸਕਦੇ ਨੇ। ਤਾਂ ਪੋਸੀਬਿਲਿਟੀ ਕੀ ਬਣਦੀ ਹੈ ਵੀ ਚਾਰੇ ਇੱਕ ਦੂਸਰੇ ਨਾਲ ਓਵਰਲੈਪ ਕਰਨਗੇ, ठीक है। जो चारे एक दूसरे नाल ओवरलैप करेंगे C1 C2 C3 C4 डीलोकलाइजेशन हो जूगी, ठीक है। मतलब आ दोने जो ओवरलैप कर रहे सी इन्हां दोनों एटम्स के विचाले सीगा बॉन्ड तो लोकलाइज्ड सीगा, आ दोने ओवरलैप कर रहे सी इन्हां दोनों के विचाले सीगा बॉन्ड लोकलाइज्ड सीगा। पर नाल दी नाल ही आ दोने भी ओवरलैप कर रहे हैं, ठीक है। जो दोनों डायग्राम्स नूं आपां मिला दिंदे आ इन्हां दोनों डायग्राम्स नूं, ठीक है, आ भी लोकलाइज्ड है, आ कल्ला भी लोकलाइज्ड है, आ भी कल्ला लोकलाइज्ड है। पर जो दोनों डायग्राम्स नूं मिला दिंदे आ तां उही बॉन्ड चारे कार्बनां दे उपर ते नीचे बन जांदा, ठीक है। जो चारे ऑर्बिटल्स आपस दे विच मिलणगे तां एक तरह का क्लाउड बन जूगा चारां कार्बनां दे उपर ते नीचे, उपर पॉजिटिव लोब नीचे नैगेटिव लोब, ठीक है। तो क्लाउड बन गया उपर ते नीचे दोनों सारियां कार्बनां दे उपर। तो यही जिहड़ा बनिया क्लाउड, इसे क्लाउड नूं आपां कहांगे मॉलिक्यूलर ऑर्बिटल, ठीक है। ये बनया कदों है? डीलोकलाइजेशन तो बाद। जो डीलोकलाइजेशन होगी एक तो वध कार्बनस के उपर जो बॉन्ड है वो बन गया, उस तो बाद जो ऑर्बिटल बनूगा उसनूं आपां कहांगे मॉलिक्यूलर ऑर्बिटल। तो यह बनया कदे करके? डीलोकलाइजेशन करके। यही डीलोकलाइजेशन है। डीलोकलाइजेशन की होंदी है भी जो दो कार्बनस तो ਵੱਧ कार्बनस के उपर कोई बॉन्ड के इलैक्ट्रॉन्स होण। हुण इलैक्ट्रॉन्स किन्ने ने? ये याद रखो 1 2 3 4 4 इलैक्ट्रॉन्स ने उपर ते नीचे, ठीक है। दो उपर दो नीचे भी हो सकता है, 3 उपर 1 नीचे, 1 उपर 3 नीचे, इदां भी हो सकता है। मतलब कॉन्टीन्यूअस मोशन दे विच ने जिहड़े इलैक्ट्रॉन्स ने, फिक्स नहीं है एक थां ते। ये चीज़ का ध्यान रखियो, ठीक है। यही चीज़ है जी इस आप कहने डीलोकलाइजेशन ऑफ कैमिकल बॉन्ड्स, ठीक है। ये एक होर एग्जाम्पल आप करते हैं, वो ज़्यादा समझ आ जाऊगा। जी सैकेंड एग्जाम्पल है वो अपने को है बेनजीन दी, ठीक है। वैसे तो यह बेनजीन थोड़ा एरोमेटिसिटी वाले चैप्टर च भी आऊगा, पर आप हुणे करते हैं, ठीक है। जिन्नी क लोड़ है उन्ना क कर लाँगे, बाकी उत्थे करांगे जाके। हुण बेनजीन दे विच की हुंदा 6 कार्बनां हुंदियां ने, 6 ਦੀਆਂ 6 कार्बनां sp2 हाइब्रिडाइज्ड होंदियां ने। sp2 हाइब्रिडाइज्ड मतलब डबल बॉन्ड बनूगा, एक डबल बॉन्ड बनूगा ही बनूगा, ठीक है। हुण जदों sp2 हाइब्रिडाइज्ड नेगियां तो 3 उन्होंने sp2 हाइब्रिड ऑर्बिटल्स ने जिहड़े सिग्मा बॉन्ड बनाउणगे सारे के सारे। तो 3 सिग्मा बॉन्ड बनणगे, 2 कार्बन नाल साइड वालियां नाल, 1 हाइड्रोजन नाल, ठीक है। एक आ कार्बन नाल, एक आ कार्बन नाल, एक आ हाइड्रोजन नाल। तो 3 सिग्मा बॉन्ड बन गए। आ भी सिग्मा, आ सारे सारे जिहड़े बॉन्ड बने हुए ने सारे सारे सिग्मा ने। हरेक कार्बन 2 कार्बनां नाल बनाऊगी, 1 हाइड्रोजन नाल बनाऊगी। इस तरह आ कार्बन ने 2 कार्बन 1 हाइड्रोजन नाल बनाया। तो 6 ਦੀਆਂ 6 कार्बनस ने जिहड़ियां वो 2 नाल लगदियां 2 कार्बनां नाल ते 1 हाइड्रोजन नाल जिहड़ा है वो सिग्मा बॉन्ड बनाउणगीਆਂ, ठीक है। हुण बच गए कि पी ऑर्बिटल्स बच गए जिहड़े कि इस प्लेन दे परपेंडिकुलर ने, उपर ते नीचे ने, ठीक है। ਜਿਹੜੇ ਇਹ पी ऑर्बिटल्स बच गए हुण ਇਹ 2 तरीक़िਆਂ ਨਾਲ ओवरलैप कर सकते हैं। पहला ਜਿਹੜਾ ओवरलैप है वो ਕਿਹੜਾ ਹੈਗਾ? C1 C2 ਦਾ, ठीक है, C3 C4 ਦਾ ਤੇ C5 C6 ਦਾ। ਇਹ ਪਹਿਲੇ तरीके ਦਾ ओवरलैप हो गया। हुण दूसरे ओवरलैप 'ਚ ਕੀ ਹੋਊਗਾ? 2 3 एक दूसरे नाल ओवरलैप करनगे, ठीक है। 5 6 एक दूसरे नाल ओवरलैप, सॉरी 4 5 एक दूसरे नाल ओवरलैप करनगे ते 1 ते 6 एक दूसरे नाल ओवरलैप करनगे, ठीक है। तो आ भी ओवरलैप हो सकता पॉसीबल, आ भी ओवरलैप पॉसीबल हो सकता नहीं, मतलब भी हुंदा है, ठीक है। आ भी ओवरलैपिंग हुंदी है, आ भी ओवरलैपिंग हुंदी है। जे दोनों स्ट्रक्चर्स नूं आपां कंबाइन करिए, एक अच्छा ये तुसीं देखिया होगा बेंजीन दा स्ट्रक्चर आपां इदां बनाउने है ना, तो आ भी बना दिंदे कई बारी आपां। आह जिहड़ा स्ट्रक्चर है, ठीक है, ये करके बनता, जिहड़ा आ स्ट्रक्चर है वो ये करके बनता। पर दोनों स्ट्रक्चर बनणगे, इसलिए आपां की कहने हुंदे भी दोनों स्ट्रक्चर जो बनणगे तो दोनों नूं बनाउण दे लई आपां की करता, विच सर्कल पा दिंदे हुंदे आ। सर्कल जिहड़ा है इसलिए पाउने क्योंकि डीलोकलाइजेशन हुंदी है। सर्कल जिहड़ा है ये डीलोकलाइजेशन नूं रिप्रजेंट करदा। 12वीं तक तुहानूं शायद ये चीज़ ना पता होवे,
कई बारी पढ़ाई भी नहीं जाती, सिर्फ ये पता होंदा भी बॉन्ड ने ਜਿਹੜੇ ਉਹ इदां भी बन सकते इदां भी बन सकता, ਤਾਂ ਕਰਕੇ ਆਪਾਂ सर्कल पा ਦਿੰਦੇ। सर्कल ਜਿਹੜਾ है ये असल ਡੀਲੋਕਲਾਈਜੇਸ਼ਨ ਨੂੰ रिप्रजेंट करता। ਡੀਲੋਕਲਾਈਜੇਸ਼ਨ ਹੁਣ ਹੋਊਗੀ ਜਦੋਂ ਕੀ ਹੋ ਜਾਊਗਾ, ਤਾਂ ਸਾਰੇ ਦੇ ਸਾਰੇ ਨੇ ਜਿਹੜੇ ਉਹ ਇੱਕ ਦੂਸਰੇ ਨਾਲ ਓਵਰਲੈਪ ਕਰਨਗੇ। ਜਦੋਂ ਸਾਰੇ ਦੇ ਸਾਰੇ ਇੱਕ ਦੂਸਰੇ ਨਾਲ ਓਵਰਲੈਪ ਕਰਨਗੇ ਤਾਂ ਜਿਹੜਾ ਇਲੈਕਟ੍ਰੋਨ ਕਲਾਊਡ ਹੈ ਉਹ ਸਾਰਿਆਂ ਦੇ ਉੱਪਰ ਤੇ ਨੀਚੇ ਬਣੂਗਾ। ਠੀਕ ਹੈ, ਇਹੀ ਚੀਜ਼ ਹੈ ਡੀਲੋਕਲਾਈਜੇਸ਼ਨ ਦੇ ਵਿੱਚ, ਹੋਰ ਦੂਸਰੀ ਚੀਜ਼ ਕੋਈ ਹੈ ਨਹੀਂ। ਠੀਕ ਹੈ, ਤਾਂ ਇਹਦੇ ਜੇ ਦੇਖਿਆ ਜਾਵੇ ਤਾਂ ਇਸ ਦੇ ਉੱਪਰ ਇੱਕ ਰਿੰਗ ਬਣੂਗੀ, ਇੱਦਾਂ ਕਲਾਊਡ ਜਿਹਾ ਬਣ ਜੂਗਾ। ਠੀਕ ਹੈ, ਇੱਕ ਇਹਦੇ ਨੀਚੇ ਕਲਾਊਡ ਬਣ ਜੂਗਾ ਇੱਦਾਂ। ਠੀਕ ਹੈ, ਤਾਂ ਉੱਪਰ ਤੇ ਨੀਚੇ ਦੋ ਕਲਾਊਡ ਬਣ ਜਾਣਗੇ। ਪੈਨਸਲ ਨਾਲ ਬਣਾਇਆ ਤਾਂ ਸ਼ਾਇਦ ਤੁਹਾਨੂੰ ਥੋੜ੍ਹੇ ਜਿਹੇ ਫਿੱਕੇ ਦਿਖਦੇ ਹੋਣਗੇ। ਠੀਕ ਹੈ, ਇੱਦਾਂ ਉੱਪਰ ਤੇ ਨੀਚੇ ਦੋ ਕਲਾਊਡ ਬਣ ਜਾਣਗੇ, ਇੱਕ ਰਿੰਗ ਦੇ ਉੱਪਰ ਇੱਕ ਰਿੰਗ ਦੇ ਨੀਚੇ, ਦੋ ਤਰ੍ਹਾਂ ਦੇ ਕਲਾਊਡ ਜਿਹੜੇ ਹੈ ਆਪਣੇ ਕੋਲ ਬਣ ਗਏ। ਤਾਂ ਇਸੇ ਨੂੰ ਆਹ ਡਾਇਗਰਾਮਸ ਨੂੰ ਸਾਰੀਆਂ ਨੂੰ ਐਕਸਪਲੇਨ ਕੀਤਾ ਹੋਇਆ ਮੈਂ। ਓਵਰਲੈਪਿੰਗ ਦੂਸਰੀ ਟਾਈਪ ਦੀ, ਇਸ 6 ਦੇ 6 ਦੀ ਓਵਰਲੈਪਿੰਗ, ਫਿਰ ਮੋਲੀਕੂਲਰ ਆਰਬਿਟਲ ਜਿਹੜਾ ਹੈ ਉਹ ਬਣ ਗਿਆ। ਠੀਕ ਹੈ, ਇਹਨੂੰ ਜਦੋਂ ਪੈਨ ਨਾਲ ਬਣਾਈਏ ਤਾਂ ਇਹ ਇੱਦਾਂ ਬਣ ਜੂਗਾ। ਠੀਕ ਹੈ, ਇੱਦਾਂ ਇੱਕ ਉੱਪਰ ਇੱਕ ਨੀਚੇ। 2D ਦੇ ਵਿੱਚ ਆਪਾਂ ਘੱਟ ਸਮਝ ਆਉਂਦਾ। ਠੀਕ ਹੈ, 3D ਜਦੋਂ ਜੇ ਤੁਸੀਂ ਦੇਖਣੀ ਹੈ ਡੀਲੋਕਲਾਈਜੇਸ਼ਨ ਤਾਂ ਗੂਗਲ 'ਤੇ ਸਰਚ ਮਾਰ ਕੇ ਦੇਖ ਲਿਓ ਡੀਲੋਕਲਾਈਜੇਸ਼ਨ ਇਨ 3D ਇਨ ਬੈਂਜ਼ੀਨ। ਠੀਕ ਹੈ, ਤੁਹਾਨੂੰ ਵਧੀਆ ਸਮਝ ਆ ਜਾਊਗਾ। ਨੈਕਸਟ ਹੈ ਅੱਗੇ ਟਾਈਪਸ ਆਫ ਮੋਲੀਕਿਊਲ, ਕਿਹੜੇ ਕਿਹੜੇ ਮੋਲੀਕਿਊਲਸ ਨੇ ਜਿਨ੍ਹਾਂ ਦੇ ਵਿੱਚ ਡੀਲੋਕਲਾਈਜੇਸ਼ਨ ਹੁੰਦੀ ਹੈ, ਇਹ ਹੁਣ ਆਪਾਂ ਪੜ੍ਹਨਾ ਹੈ। ਸਭ ਤੋਂ ਪਹਿਲਾਂ ਤਾਂ 3 ਤਰ੍ਹਾਂ ਦੇ ਮੋਲੀਕਿਊਲਸ ਨੇ ਜਿਹੜੇ ਉਹ ਡੀਲੋਕਲਾਈਜੇਸ਼ਨ ਕਰਦੇ ਨੇ। ਸਭ ਤੋਂ ਪਹਿਲਾਂ ਇਹੋ ਜਿਹੇ ਮੋਲੀਕਿਊਲਸ ਜਿਨ੍ਹਾਂ ਦੇ ਵਿੱਚ ਡਬਲ ਜਾਂ ਟ੍ਰਿਪਲ ਬੌਂਡ ਕੰਜੂਗੇਸ਼ਨ ਦੇ ਵਿੱਚ ਹੁੰਦੇ ਨੇ। ਕੰਜੂਗੇਸ਼ਨ ਕੀ ਹੁੰਦੀ ਆ, ਮਤਲਬ ਅਲਟਰਨੇਟ ਹੋਣ, ਇੱਕ ਡਬਲ ਇੱਕ ਸਿੰਗਲ, ਇੱਕ ਡਬਲ ਇੱਕ ਸਿੰਗਲ, ਇੱਕ ਡਬਲ ਇੱਕ ਸਿੰਗਲ, ਜਾਂ ਫਿਰ ਟ੍ਰਿਪਲ ਸਿੰਗਲ ਟ੍ਰਿਪਲ ਸਿੰਗਲ ਟ੍ਰਿਪਲ ਸਿੰਗਲ, ਇੱਦਾਂ। ਠੀਕ ਹੈ, ਜਦੋਂ ਇਹ ਚੀਜ਼ ਹੁੰਦੀ ਆ ਤਾਂ ਕੰਜੂਗੇਸ਼ਨ, ਉਸ ਨੂੰ ਆਪਾਂ ਕਹਿੰਦੇ ਹਾਂ ਕੰਜੂਗੇਸ਼ਨ। ਮਤਲਬ ਇੱਕ ਸਿੰਗਲ ਹੋਵੇ, ਇੱਕ ਡਬਲ, ਇੱਕ ਸਿੰਗਲ, ਇੱਕ ਡਬਲ, ਇੱਕ ਸਿੰਗਲ, ਇੱਕ ਡਬਲ, ਆਹ ਚੀਜ਼ ਹੁੰਦੀ ਹੈ ਜਦੋਂ। ਠੀਕ ਹੈ, ਅੱਛਾ, ਸਿੰਗਲ ਟ੍ਰਿਪਲ ਅਤੇ ਡਬਲ ਕਦੇ ਇਕੱਠੇ ਹੋ ਨਹੀਂ ਸਕਦੇ। ਕਿਉਂ ਨਹੀਂ ਹੋ ਸਕਦੇ? ਇਹ ਚੀਜ਼ ਦਾ ਕਾਰਨ ਤੁਸੀਂ ਲੱਭ ਕੇ ਦੇਖਿਓ ਵੀ ਟ੍ਰਿਪਲ ਅਤੇ ਡਬਲ ਹੈ ਜਿਹੜਾ ਉਹ ਕਿਉਂ ਨਹੀਂ ਇਕੱਠਾ ਹੋ ਸਕਦਾ। ਇਹਦਾ ਵੈਸੇ ਸਿੰਪਲ ਜਿਹਾ ਰੀਜ਼ਨ ਇਹ ਹੈ ਵੀ ਟ੍ਰਿਪਲ ਅਤੇ ਡਬਲ ਜੇ ਕੋਈ ਕਾਰਬਨ ਬਣਾਉਂਦੀ ਹੈ ਤਾਂ ਉਹਦੇ 5 ਬੌਂਡ ਬਣ ਜਾਣਗੇ। ਠੀਕ ਹੈ, ਕਾਰਬਨ ਦੇ 4 ਹੀ ਬੌਂਡ ਹੁੰਦੇ ਆ, 5 ਬੌਂਡ ਕਾਰਬਨ ਬਣਾ ਨਹੀਂ ਸਕਦੀ। ਸਿੰਪਲ, ਸਭ ਤੋਂ ਸਿੰਪਲ ਹੈ। ਠੀਕ ਹੈ, ਅਤੇ ਉਸ ਤੋਂ ਬਾਅਦ ਡਬਲ ਅਤੇ ਟ੍ਰਿਪਲ ਬੌਂਡ ਹੈ ਜਿਹੜੇ ਕੰਜੂਗੇਸ਼ਨ ਦੇ ਵਿੱਚ ਜਦੋਂ ਹੁੰਦੇ ਨੇ ਉਸ ਟਾਈਮ 'ਤੇ ਕੀ ਹੋਊਗਾ, ਆਹੀ ਚੀਜ਼ ਹੋਊਗੀ ਜਿਹੜੀ ਬੈਂਜ਼ੀਨ ਅਤੇ ਬਿਊਟਾਡਾਈਨ ਦੇ ਵਿੱਚ ਹੋਈ ਆ। ਕੋਈ ਵੀ ਦੋ ਆਰਬਿਟਲਸ ਆਪਸ ਦੇ ਵਿੱਚ ਓਵਰਲੈਪ ਕਰ ਸਕਦੇ ਆ। ਜਦੋਂ ਆਹ ਦੋਨੇ ਆਪਸ 'ਚ ਓਵਰਲੈਪ ਕਰ ਸਕਦੇ ਆ, ਆਹ ਦੋਨੇ ਆਪਸ 'ਚ ਓਵਰਲੈਪ ਕਰਦੇ ਆ, ਆਹ ਦੋਨੇ ਆਪਸ 'ਚ ਓਵਰਲੈਪ ਕਰਦੇ ਆ, ਤਾਂ ਸਾਰੇ ਇੱਕ ਦੂਸਰੇ ਨਾਲ ਹੀ ਓਵਰਲੈਪ ਕਰਕੇ ਇਲੈਕਟ੍ਰੋਨ ਕਲਾਊਡ ਬਣਾ ਦੇਣਗੇ। ਠੀਕ ਹੈ, ਜਿਹੜਾ ਮੋਲੀਕੂਲਰ ਆਰਬਿਟਲ ਬਣੂਗਾ ਇਲੈਕਟ੍ਰੋਨ ਕਲਾਊਡਸ ਵਾਲਾ, ਉਹਦੇ ਕਰਕੇ ਕੀ ਹੋ ਜੂਗਾ ਆਪਣੇ ਕੋਲ, ਉਹਦੇ ਕਰਕੇ ਡੀਲੋਕਲਾਈਜੇਸ਼ਨ ਹੋ ਜੂਗੀ। ਸਿੰਪਲ ਸੀ ਇਹ, ਕਿਉਂਕਿ ਆਪਾਂ ਸ਼ਾਰਟ ਦੇ ਵਿੱਚ ਡਿਸਕਸ ਕੀਤਾ, ਕਿਉਂਕਿ ਇਹਦੀਆਂ 2 ਐਗਜ਼ਾਮਪਲਸ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ। ਠੀਕ ਹੈ, ਨੈਕਸਟ ਹੈ ਆਪਣੇ ਕੋਲ ਡਬਲ ਔਰ ਟ੍ਰਿਪਲ ਬੌਂਡ ਇਨ ਕੰਜੂਗੇਸ਼ਨ ਵਿਦ ਪੀ ਆਰਬਿਟਲ। ਠੀਕ ਹੈ, ਇੱਕ ਪੀ ਆਰਬਿਟਲ ਹੈ ਆਪਣੇ ਕੋਲ, ਉਹਦੇ ਨਾਲ ਡਬਲ ਜਾਂ ਟ੍ਰਿਪਲ ਬੌਂਡ ਪਿਆ। ਠੀਕ ਹੈ, ਇਹਦੇ ਹੁਣ ਪੀ ਆਰਬਿਟਲ ਹੈ ਜਿਹੜਾ, ਉਹਦੇ ਵਿੱਚ ਕਿੰਨੇ ਇਲੈਕਟ੍ਰੋਨਸ ਨੇ ਉਹਦੇ 'ਤੇ ਡਿਪੈਂਡ ਕਰਦਾ ਵੀ ਉਹ ਕਿਸ ਤਰ੍ਹਾਂ ਦਾ ਹੋਊਗਾ। ਇਹਦੇ ਵਿੱਚ ਪੀ ਆਰਬਿਟਲ 'ਚ ਕੋਈ ਇਲੈਕਟ੍ਰੋਨ ਨਹੀਂ ਹੈਗਾ, 1 ਇਲੈਕਟ੍ਰੋਨ ਆ, 2 ਇਲੈਕਟ੍ਰੋਨਸ ਨੇ, ਜਾਂ ਫਿਰ ਲੋਨ ਪੇਅਰ ਪਿਆ ਹੈਗਾ। ਉਹ ਚੀਜ਼ ਡਿਸਾਈਡ ਕਰੂਗੀ ਵੀ ਕਿਸ ਤਰ੍ਹਾਂ ਦੀ ਡੀਲੋਕਲਾਈਜੇਸ਼ਨ ਹੋਊਗੀ। ਇਹਦੇ ਵਿੱਚ 4 ਤਰ੍ਹਾਂ ਦੀ ਡੀਲੋਕਲਾਈਜੇਸ਼ਨ ਪੋਸੀਬਲ ਹੈ। ਪਹਿਲੀ ਡੀਲੋਕਲਾਈਜੇਸ਼ਨ ਹੈ ਜਿਹੜੀ ਉਹ ਹੈ ਨਿਊਟਰਲ ਮੋਲੀਕਿਊਲਸ। ਡਬਲ ਬੌਂਡ ਪਿਆ, ਡਬਲ ਬੌਂਡਸ ਦੇ ਨਾਲ ਇੱਕ ਜਿਵੇਂ ਕਲੋਰੀਨ ਐਟਮ ਹੈ, ਕਲੋਰੀਨ ਐਟਮ ਕੋਲ 3 ਲੋਨ ਪੇਅਰਸ ਪਏ ਹੁੰਦੇ ਨੇ। ਠੀਕ ਹੈ, 3 ਲੋਨ ਪੇਅਰ ਪਏ ਨੇ ਇਹਦੇ ਵਿੱਚ, ਤਾਂ ਇਹਦਾ ਮਤਲਬ ਕੀ ਹੋ ਗਿਆ ਵੀ ਇਹ ਆਪਦੇ ਲੋਨ ਪੇਅਰਸ ਇਸ ਚੀਜ਼ ਨੂੰ ਡੋਨੇਟ ਕਰਕੇ, ਵੈਸੇ ਤਾਂ ਇਹ ਰੈਜ਼ੋਨੈਂਸ ਦੇ ਵਿੱਚ ਆਊਗਾ ਅੱਗੇ, ਇਹ ਚੀਜ਼ ਮੈਂ ਬਣਾ ਦਿੰਦਾ। ਠੀਕ ਹੈ, ਤਾਂ ਇਹ ਬਣ ਜੂਗਾ CH2 ਨੈਗੇਟਿਵ, ਸਿੰਗਲ ਬੌਂਡ CH, ਡਬਲ ਬੌਂਡ Cl ਨੇ ਆਪਦੇ ਇਲੈਕਟ੍ਰੋਨ ਦੇ ਦਿੱਤੇ ਤਾਂ ਇੱਥੇ ਆ ਗਿਆ ਪੋਜ਼ੀਟਿਵ ਚਾਰਜ। ਠੀਕ ਹੈ, ਇਹ ਸਿਰਫ ਇੱਕੋ ਹੀ ਬਣਾਇਆ ਮੈਂ, ਬਾਕੀਆਂ ਦੇ ਵਿੱਚ ਵੀ ਸੇਮ ਹੀ ਹੋਊਗੀ ਇਹ ਚੀਜ਼। ਠੀਕ ਹੈ, ਬਾਕੀ ਜਦੋਂ ਆਊਗਾ ਉਦੋਂ ਡਿਟੇਲ 'ਚ ਕਰਾਂਗੇ। ਇਹ ਸਿਰਫ ਦੱਸਣ ਲਈ ਤੁਹਾਨੂੰ ਵੀ ਨਿਊਟਰਲ ਦੇ ਵਿੱਚ ਜਦੋਂ ਨਿਊਟਰਲ ਹੈ ਆਪਦੇ ਲੋਨ ਪੇਅਰਸ ਸ਼ੇਅਰ ਕਰ ਦੂਗਾ, ਜਦੋਂ ਅਨਾਇਨ ਹੈ ਆਪਦਾ ਨੈਗੇਟਿਵ ਚਾਰਜ ਵਾਲਾ ਇਲੈਕਟ੍ਰੋਨ ਪੇਅਰ ਇੱਥੇ ਸ਼ੇਅਰ ਕਰੂਗਾ, ਆਹ ਐਰੋ ਇੱਥੇ ਬਣ ਜੂ, ਸੇਮ ਚੀਜ਼ ਬਣੂਗੀ। ਠੀਕ ਹੈ, ਫਿਰ ਆਹ ਇਹਦੇ ਵਿੱਚ ਥੋੜ੍ਹਾ ਜਿਹਾ ਅਲੱਗ ਹੋਊਗਾ। ਇਹਦੇ ਵਿੱਚ ਕੀ ਹੋਊਗਾ, ਪੋਜ਼ੀਟਿਵ ਚਾਰਜ ਹੈ ਤਾਂ ਇਹਨੂੰ ਇਲੈਕਟ੍ਰੋਨਸ ਚਾਹੀਦੇ ਨੇ, ਤਾਂ ਆਹ ਇਲੈਕਟ੍ਰੋਨਸ ਇੱਥੇ ਆ ਜਾਣਗੇ। ਇਹ ਮੈਂ ਬਣਾ ਦਿੰਦਾ, ਆਹ ਇਲੈਕਟ੍ਰੋਨਸ ਇੱਥੇ ਆ ਜਾਣਗੇ, ਅਤੇ ਇਹਦਾ ਬਣ ਕੇ ਜਾਊਗਾ CH2 ਪੋਜ਼ੀਟਿਵ, ਸਿੰਗਲ ਬੌਂਡ CH, ਡਬਲ ਬੌਂਡ CH2। ਠੀਕ ਹੈ, ਇਹਦੇ ਵਿੱਚ ਕੀ ਬਣ ਜੂਗਾ CH2 ਨੈਗੇਟਿਵ,
CH डबल बॉन्ड CH2। ठीक है, हुण इहदे विच की होऊगा, एक इलैक्ट्रॉन है। एरो नोटेशनस आपां हले कीतियां नहीं फिलहाल, तो इहदे विच इदां ला लो भी इहनूं आपां बना नहीं सकदे, CH डबल बॉन्ड CH2। ठीक है, ये जो बनावे ना, क्योंकि दो इलैक्ट्रॉन्स मूव करते सी, इत्थे तो फुल एरो पाउंदे सी, इत्थे एक इलैक्ट्रॉन मूव करूगा तो आपां एरो का हैड है जिहड़ा हाफ रख देंगे। ठीक है, एक इलैक्ट्रॉन इधरों आया, एक इलैक्ट्रॉन इधरों आ जाऊगा। अगले चैप्टर दे विच आपां करांगे, इस सेमेस्टर दे विच ही है। तो एक इलैक्ट्रॉन इहदे कोले चला गया, इत्थे आ बन गया डॉट, इधर दो इलैक्ट्रॉन्स मिल गए, डबल बॉन्ड बन गया। ठीक है, तो चार तरह की डीलोकलाइजेशन जी है ये पॉसीबल है। वैसे डीलोकलाइजेशन तो रेजोनेंस है इकट्ठी होंदी आ। ठीक है, नैक्सट है थर्ड होंदी है हाइपर कंजुगेशन। ਇਹੋ ਜਿਹੇ ਮੋਲੀਕਿਊਲਸ ਜਿਨ੍ਹਾਂ ਦੇ ਵਿੱਚ ਆਪਾਂ ਹਾਈਪਰ ਕੰਜੂਗੇਸ਼ਨ ਕਰ ਸਕਦੇ ਹਾਂ, ਉਹ ਮੋਲੀਕਿਊਲਸ ਵੀ ਡੀਲੋਕਲਾਈਜੇਸ਼ਨ ਸ਼ੋ ਕਰਦੇ ਨੇ। ਹਾਈਪਰ ਕੰਜੂਗੇਸ਼ਨ ਕੀ ਹੁੰਦੀ ਹੈ? ਹਾਈਪਰ ਕੰਜੂਗੇਸ਼ਨ ਆਪਾਂ ਨੈਕਸਟ ਵੀਡੀਓਜ਼ ਨੇ ਜਿਹੜੀਆਂ 2-3 ਉਹਨਾਂ ਦੇ ਵਿੱਚ ਆਪਾਂ ਕਰਾਂਗੇ। ਠੀਕ ਹੈ, ਇਹ ਰੈਜ਼ੋਨੈਂਸ, ਹਾਈਪਰ ਕੰਜੂਗੇਸ਼ਨ, ਇੰਡਕਟਿਵ ਇਫੈਕਟ ਅਤੇ ਫੀਲਡ ਇਫੈਕਟ ਇਹ ਆਪਾਂ ਡਿਟੇਲ ਦੇ ਵਿੱਚ ਕਰਨੇ ਨੇ ਫਿਲਹਾਲ ਇਸੇ ਚੈਪਟਰ ਦੇ ਵਿੱਚ, ਤਾਂ ਇਹਨੂੰ ਆਪਾਂ ਇੱਥੇ ਹੀ ਛੱਡ ਰਹੇ ਹਾਂ। ਠੀਕ ਹੈ, ਜਦੋਂ ਆਊਗਾ ਉਦੋਂ ਕਰਾਂਗੇ ਆਪਾਂ। ਨੈਕਸਟ ਹੈ ਡੀਲੋਕਲਾਈਜੇਸ਼ਨ ਨਾਲ ਮੋਲੀਕਿਊਲਸ ਦੇ ਉੱਪਰ ਕੀ ਇਫੈਕਟ ਪੈਂਦਾ, ਤਾਂ ਉਹ ਹੁਣ ਆਪਾਂ ਦੇਖਣਾ। ਡੀਲੋਕਲਾਈਜੇਸ਼ਨ ਜਦੋਂ ਹੁੰਦੀ ਆ ਉਸ ਟਾਈਮ 'ਤੇ ਸਭ ਤੋਂ ਪਹਿਲਾਂ ਤਾਂ ਬੌਂਡ ਲੈਂਥ ਦੇ ਵਿੱਚ ਜਿਹੜਾ ਹੈ ਉਹ ਫ਼ਰਕ ਆਉਂਦਾ ਗਾ। ਹੁਣ ਦੇਖੋ, ਇੱਕ ਬੌਂਡ ਹੈ ਤੁਹਾਡੇ ਕੋਲ ਸਿੰਗਲ, ਇੱਕ ਬੌਂਡ ਹੈ ਤੁਹਾਡੇ ਕੋਲ ਡਬਲ। ਠੀਕ ਹੈ, ਜੇ ਤੁਸੀਂ ਧਿਆਨ ਨਾਲ ਦੇਖੋਗੇ ਬਿਊਟਾਡਾਈਨ ਨੂੰ, ਠੀਕ ਹੈ, ਤਾਂ ਇਹਨੂੰ ਜਦੋਂ ਧਿਆਨ ਨਾਲ ਦੇਖੋਗੇ ਤੁਸੀਂ, ਆਹ ਡਬਲ ਬੌਂਡ ਬਣ ਗਿਆ, ਆਹ ਸਿੰਗਲ ਹੈ, ਆਹ ਬੌਂਡ ਡਬਲ ਬਣ ਗਿਆ। ਠੀਕ ਹੈ, ਜੇ ਉੱਦਾਂ ਬਣਾਈਏ ਬਿਊਟਾਡਾਈਨ ਤਾਂ ਉਹਦੇ ਵਿੱਚ ਆਹ ਬਣੂਗਾ CH2 ਡਬਲ ਬੌਂਡ CH, ਸਿੰਗਲ ਬੌਂਡ CH, ਡਬਲ ਬੌਂਡ CH2, ਆਹ ਚੀਜ਼ ਬਣੀ। ਠੀਕ ਹੈ, ਜਿਹੜੀ ਆਹ ਚੀਜ਼ ਬਣੀ, ਹੁਣ ਇੱਥੇ ਆਹ ਡਬਲ ਬੌਂਡ ਹੈ, ਆਹ ਸਿੰਗਲ ਹੈ, ਡਬਲ ਹੈ। ਹੁਣ ਆਪਾਂ ਪੜ੍ਹਿਆ ਸੀ ਡਬਲ ਬੌਂਡ ਹੈ ਜਿਹੜਾ 134 ਪਿਕੋਮੀਟਰ ਦਾ ਹੁੰਦਾ, ਸਿੰਗਲ ਬੌਂਡ 154 ਪਿਕੋਮੀਟਰ ਹੁੰਦਾ, ਡਬਲ ਬੌਂਡ ਫਿਰ 134 ਪਿਕੋਮੀਟਰ ਹੁੰਦਾ। ਠੀਕ ਹੈ, ਪਰ ਡੀਲੋਕਲਾਈਜੇਸ਼ਨ ਕਰਕੇ ਕੀ ਹੋਇਆ, ਤਿੰਨੇ ਬੌਂਡ ਹੀ ਡਬਲ ਨੇ, ਤਿੰਨੇ ਬੌਂਡ ਹੀ ਸਿੰਗਲ ਨੇ। ਠੀਕ ਹੈ, ਤਿੰਨੇ ਬੌਂਡ ਡਬਲ ਵੀ ਨੇ, ਤਿੰਨੇ ਬੌਂਡ ਸਿੰਗਲ ਵੀ ਨੇ। ਤਾਂ ਇਹਦਾ ਪਹਿਲਾ ਇਫੈਕਟ ਜਿਹੜਾ, ਪਹਿਲਾ ਇਫੈਕਟ ਇਸੇ ਕਰਕੇ ਹੁੰਦਾ ਵੀ ਬੌਂਡ ਹੈ ਜਿਹੜਾ ਉਹ ਨਾ ਤਾਂ ਸਿੰਗਲ ਰਹਿੰਦਾ ਨਾ ਡਬਲ ਰਹਿੰਦਾ। ਤਾਂ ਜਿਹੜਾ 13 ਬਿਊਟਾਡਾਈਨ ਹੈ ਉਹਦੇ ਵਿੱਚ ਬੌਂਡ ਲੈਂਥ 149 ਪਿਕੋਮੀਟਰ ਹੁੰਦੀ ਹੈ ਸਾਰੇ ਬੌਂਡਸ ਦੀ। ਠੀਕ ਹੈ, ਜੋ ਕਿ 154 ਪਿਕੋਮੀਟਰ ਕਾਰਬਨ ਕਾਰਬਨ ਸਿੰਗਲ ਬੌਂਡ ਅਤੇ 134 ਪਿਕੋਮੀਟਰ ਕਾਰਬਨ ਕਾਰਬਨ ਡਬਲ ਬੌਂਡ ਦੇ ਵਿੱਚ ਵਿਚਾਲੇ ਹੈ। ਮਤਲਬ ਨਾ ਬੌਂਡ ਡਬਲ ਹੈ, ਨਾ ਹੀ ਬੌਂਡ ਸਿੰਗਲ ਹੈ, ਉਹ ਵਿੱਚ ਵਿਚਾਲੇ ਹੈ। ਠੀਕ ਹੈ, ਡੇਢ ਦੇ ਨੇੜੇ ਹੈ, ਇੱਦਾਂ ਕਹਿ ਲਓ ਵੀ ਕੁਛ ਕੁ ਟਾਈਮ ਲਈ ਬੌਂਡ ਡਬਲ ਹੁੰਦਾ, ਕੁਛ ਕੁ ਟਾਈਮ ਲਈ ਬੌਂਡ ਹੈ ਜਿਹੜਾ ਉਹ ਸਿੰਗਲ ਹੋ ਜਾਂਦਾ। ਠੀਕ ਹੈ, ਜੋ ਤੁਸੀਂ ਧਿਆਨ ਨਾਲ ਦੇਖੋਗੇ ਇਹਨਾਂ ਸਟਰਕਚਰਸ ਨੂੰ, ਜਦੋਂ ਆਹ ਦੋਨੇ ਡਬਲ ਨੇ ਤਾਂ ਆਹ ਬੌਂਡ ਸਿੰਗਲ ਹੈ, ਜਦੋਂ ਆਹ ਬੌਂਡ ਡਬਲ ਹੈ ਤਾਂ ਆਹ ਦੋਨੇ ਸਿੰਗਲ ਨੇ। ਠੀਕ ਹੈ, ਤਾਂ ਹਰੇਕ ਬੌਂਡ, ਆਹ ਬੌਂਡ ਇੱਥੇ ਡਬਲ ਹੈ, ਆਹ ਬੌਂਡ ਇੱਥੇ ਸਿੰਗਲ ਹੈ, ਆਹ ਬੌਂਡ ਇੱਥੇ ਸਿੰਗਲ ਹੈ, ਇੱਥੇ ਡਬਲ ਹੈ, ਆਹ ਬੌਂਡ ਇੱਥੇ ਡਬਲ ਹੈ, ਇੱਥੇ ਸਿੰਗਲ ਹੈ। ਠੀਕ ਹੈ, ਤਾਂ ਹਰੇਕ ਬੌਂਡ ਡਬਲ ਵੀ ਹੈ, ਸਿੰਗਲ ਵੀ ਹੈ ਕੁਛ ਕੁ ਟਾਈਮ ਲਈ, ਤਾਂ ਉਹ ਨਾ ਡਬਲ ਦਾ ਕਰੈਕਟਰ ਸ਼ੋ ਕਰੂਗਾ ਨਾ ਸਿੰਗਲ ਦਾ ਸ਼ੋ ਕਰੂਗਾ, ਵਿੱਚ ਵਿਚਾਲੇ ਕਰੈਕਟਰ ਜਿਹੜਾ ਹੈ ਉਹ ਸ਼ੋ ਕਰੂਗਾ। ਇਸੇ ਤਰ੍ਹਾਂ ਹੀ ਬੈਂਜ਼ੀਨ ਦੇ ਵਿੱਚ ਕਿਉਂਕਿ ਰਿੰਗ ਬਣਦੀ ਹੈ, ਕਾਰਬਨਸ ਹੋਰ ਜ਼ਿਆਦਾ ਕਲੋਜ਼ ਆ ਜਾਂਦੀਆਂ ਨੇ, ਤਾਂ ਬੌਂਡ ਲੈਂਥ ਉਦੋਂ ਵੀ ਘੱਟ ਜਾਂਦੀ ਹੈ, 139 ਪਿਕੋਮੀਟਰ ਹੋ ਜਾਂਦੀ ਹੈ। ਠੀਕ ਹੈ, ਜਿਹੜੀ ਕਿ ਫਿਰ 154 ਅਤੇ 134 ਦੇ ਵਿੱਚ ਵਿਚਾਲੇ ਆ, ਨਾ ਡਬਲ ਹੈ ਨਾ ਸਿੰਗਲ ਹੈ। ਠੀਕ ਹੈ, ਮੂਵਮੈਂਟ ਆਫ ਇਲੈਕਟ੍ਰੋਨਸ ਦੂਸਰਾ ਇਫੈਕਟ ਹੈ ਜਿਹੜਾ ਮੂਵਮੈਂਟ ਆਫ ਇਲੈਕਟ੍ਰੋਨਸ ਦੇ ਉੱਪਰ ਹੈ। ਇਲੈਕਟ੍ਰੋਨਸ ਨੇ ਜਿਹੜੇ, ਕਿਉਂਕਿ ਲੋਕਲਾਈਜ਼ਡ ਬੌਂਡ ਦੇ ਵਿੱਚ ਦੋ ਐਟਮਸ ਦੇ ਵਿਚਾਲੇ ਹੀ ਰਹਿ ਸਕਦੇ ਆ, ਤਾਂ ਉਹ ਜੇ ਵੱਧ ਤੋਂ ਵੱਧ ਹਿੱਲਣਗੇ ਤਾਂ ਦੋਨਾਂ ਐਟਮਸ ਦੇ ਵਿਚਾਲੇ ਹੀ ਰਹਿਣਗੇ ਹਿੱਲ ਡੁੱਲ ਕਰਕੇ ਵੀ। ਠੀਕ ਹੈ, ਪਰ ਜਦੋਂ ਜਿਹੜਾ ਇਹ ਡੀਲੋਕਲਾਈਜੇਸ਼ਨ ਹੈ ਇਹਦੇ ਵਿੱਚ ਇਲੈਕਟ੍ਰੋਨਸ ਦੋ ਤੋਂ ਵੱਧ ਐਟਮਸ ਦੇ ਉੱਪਰ ਹੋਣਗੇ, ਜਿਵੇਂ ਬਿਊਟਾਡਾਈਨ ਦੇ ਵਿੱਚ 4 ਅਤੇ ਬੈਂਜ਼ੀਨ ਦੇ ਵਿੱਚ 6 ਕਾਰਬਨਸ ਦੇ ਉੱਪਰ ਹੋਣਗੇ। ਠੀਕ ਹੈ, ਤਾਂ ਇਸ ਲਈ ਜਿਹੜੀ ਡੀਲੋਕਲਾਈਜੇਸ਼ਨ ਹੈ ਉਹ ਮੂਵਮੈਂਟ ਆਫ ਇਲੈਕਟ੍ਰੋਨਸ ਨੂੰ ਇਨਕਰੀਜ਼ ਕਰ ਦਿੰਦੀ ਆ। ਮਤਲਬ ਇਲੈਕਟ੍ਰੋਨਸ ਨੇ ਜਿਹੜੇ ਉਹ ਫਰੀ ਹੋ ਜਾਂਦੇ ਨੇ ਇੱਕ ਤਰੀਕੇ ਨਾਲ ਕਿਤੇ ਵੀ ਆਉਣ ਜਾਣ ਨੂੰ ਪੂਰੇ ਦੇ ਪੂਰੇ ਮੋਲੀਕਿਊਲ ਦੇ ਉੱਪਰ। ਠੀਕ ਹੈ, ਨੈਕਸਟ ਹੈ ਜਿਹੜਾ ਇਫੈਕਟ ਔਨ ਸਟੇਬਿਲਿਟੀ। ਹੁਣ ਜਿਹੜੀ ਡੀਲੋਕਲਾਈਜੇਸ਼ਨ ਹੈ ਉਹਦੇ ਨਾਲ ਕੀ ਹੈ ਵੀ ਮੋਲੀਕਿਊਲ ਆਪਣੇ ਆਪ ਦੇ ਵਿੱਚ ਹੀ ਇੱਕ ਤਰ੍ਹਾਂ ਨਾਲ ਬਿਜ਼ੀ ਹੋ ਜਾਂਦਾ। ਠੀਕ ਹੈ, ਤਾਂ ਉਹਨੂੰ ਇੱਦਾਂ ਕਹਿ ਲਓ ਵੀ ਕਿਸੇ ਹੋਰ ਚੀਜ਼ ਨਾਲ ਰਿਐਕਟ ਕਰਨ ਦਾ ਮੌਕਾ ਹੀ ਨਹੀਂ ਮਿਲਦਾ, ਜਾਂ ਇੱਕ ਦੂਸਰੇ ਮਤਲਬ ਰਿਐਕਟੀਵਿਟੀ ਉਹਦੀ ਥੋੜ੍ਹੀ ਜਿਹੀ ਘੱਟ ਜਾਂਦੀ ਆ। ਠੀਕ ਹੈ, ਇੱਦਾਂ ਕਹਿ ਲਓ। ਹੁਣ ਇਹਦੇ ਨਾਲ ਹੁੰਦਾ ਕੀ ਆ, ਤਾਂ ਜਦੋਂ ਮੋਲੀਕਿਊਲ ਦੇ ਵਿੱਚ ਡੀਲੋਕਲਾਈਜੇਸ਼ਨ ਹੋ ਗਈ, ਮਤਲਬ ਇਲੈਕਟ੍ਰੋਨਸ ਨੇ ਜਿਹੜੇ ਉਹਨਾਂ ਦੇ ਵਿੱਚ ਸਟੇਬਿਲਿਟੀ ਆ ਗਈ, ਤਾਂ ਐਨਰਜੀ ਮੋਲੀਕਿਊਲ ਦੀ ਡਿਕਰੀਜ਼ ਕਰ ਚੂਗੀ। ਠੀਕ ਹੈ, ਡੀਲੋਕਲਾਈਜੇਸ਼ਨ ਹੋਣ ਵਾਸਤੇ ਕਿਤੇ ਤਾਂ ਦੋ ਆਪਸ ਦੇ ਵਿੱਚ ਓਵਰਲੈਪ ਹੋ ਰਹੇ ਸੀ, ਕਿਤੇ ਦੋ ਆਪਸ 'ਚ ਓਵਰਲੈਪ ਹੋ ਰਹੇ ਸੀ। ਠੀਕ ਹੈ, ਹੁਣ ਚਾਰੇ ਦੇ ਚਾਰੇ ਇੱਕ ਦੂਸਰੇ ਨਾਲ ਓਵਰਲੈਪ ਹੋ ਰਹੇ ਨੇ, ਤਾਂ ਇਹਦੇ ਵਿੱਚ ਕੁਛ ਨਾ ਕੁਛ ਐਨਰਜੀ ਤਾਂ ਲੱਗੂਗੀ। ਜਿਹੜੀ ਉਹ ਐਨਰਜੀ ਲੱਗੂਗੀ ਉਹ ਮੋਲੀਕਿਊਲ ਆਪਣੇ ਆਪ ਦਊਗਾ, ਅਤੇ ਉਹ ਐਨਰਜੀ ਮੋਲੀਕਿਊਲ ਦੇ ਵਿੱਚੋਂ ਓਨੀ ਹੋਈ ਐਨਰਜੀ ਜਿਹੜੀ ਮੋਲੀਕਿਊਲ ਦੇ ਵਿੱਚੋਂ ਘੱਟ ਜਾਂਦੀ ਹੈ। ਠੀਕ ਹੈ,
मतलब इलैक्ट्रॉन्स मूव करते हैं कंटीन्यूअसली डीलोकलाइजेशन ਦੇ ਵਿੱਚ ਇਹਨੂੰ ਤੁਸੀਂ ਇੱਦਾਂ ਸਮਝ ਸਕਦੇ ਹੋ। ਤਾਂ मूव ਕਰਨ ਲਈ એનર્ਜੀ ਇੱਥੋਂ ਮਿਲਦੀ ਹੈ, ਮੋਲੀਕਿਊਲ ਆਪ ਦਿੰਦਾ ਉਹ એનર્ਜੀ, ਠੀਕ ਹੈ। ਤਾਂ ਉਹ એનર્ਜੀ ਹੈ ਜਿਹੜੀ, ਉਹ એનર્ਜੀ ਉਨੀ ਹੀ એનર્ਜੀ ਮੋਲੀਕਿਊਲ ਦੀ ਘਟ ਜਾਂਦੀ ਹੈ। ਜੇ એનર્ਜੀ ਮੋਲੀਕਿਊਲ ਦੀ ਘਟੂਗੀ ਤਾਂ ਮੋਲੀਕਿਊਲ ਜਿਹੜਾ ਹੈ ਉਹ ਸਟੇਬਲ ਹੋ ਜਾਊਗਾ, ਠੀਕ ਹੈ। ਤਾਂ ਡੀਲੋਕਲਾਈਜੇਸ਼ਨ ਦੇ ਨਾਲ ਮੋਲੀਕਿਊਲ ਦੇ ਵਿੱਚ ਸਟੇਬਿਲਿਟੀ ਇਨਕਰੀਜ਼ ਹੁੰਦੀ ਹੈ, ਠੀਕ ਹੈ। ਇਹ ਜਿਹੜੀ ਸਟੇਬਿਲਿਟੀ ਹੈ ਜਾਂ ਸੌਰੀ ਪਹਿਲਾਂ ਜਿਹੜੀ ਇਹ એનર્ਜੀ ਹੈ, ਇਸ એનર્ਜੀ ਨੂੰ ਆਪਾਂ ਕਹਾਂਗੇ ਡੀਲੋਕਲਾਈਜੇਸ਼ਨ એનર્ਜੀ ਜਾਂ ਫਿਰ ਰੈਜ਼ੋਨੈਂਸ એનર્ਜੀ ਵੀ ਕਹਿ ਦਿੰਦੇ ਹਾਂ ਇਹਨੂੰ ਕਦੇ ਕਦੇ ਆਪਾਂ, ਠੀਕ ਹੈ। ਅਤੇ ਜਿਹੜੀ ਇਹ એનર્ਜੀ ਹੈ 1,3-ਬੂਟਾਡਾਈਨ ਦੇ ਵਿੱਚ 12 ਕਿਲੋਜੂਲ ਪਰ ਮੋਲ ਹੁੰਦੀ ਆ। ਕਈ ਕਿਤਾਬਾਂ ਦੇ ਵਿੱਚ 12.5 ਲਿਖੀ ਹੋਈ ਆ, ਤਾਂ ਅਪਰੋਕਸੀਮੇਟ ਤੁਸੀਂ 12 ਲਿਖ ਸਕਦੇ ਹੋ, ਕੋਈ ਚੱਕਰ ਨਹੀਂ ਹੈ। ਅਤੇ ਬੈਂਜ਼ੀਨ ਦੇ ਵਿੱਚ ਇਹ 151 ਕਿਲੋਜੂਲ ਪਰ ਮੋਲ ਹੁੰਦੀ ਹੈ। ਇਹੀ એનર્ਜੀ ਜਿਹੜੀ ਡੀਲੋਕਲਾਈਜੇਸ਼ਨ એનર્ਜੀ ਹੈ, ਠੀਕ ਹੈ। ਲੋਕਲਾਈਜੇਸ਼ਨ ਅਤੇ ਡੀਲੋਕਲਾਈਜੇਸ਼ਨ ਦੇ ਵਿੱਚ ਇੰਨਾ ਹੀ ਸੀਗਾ। ਨੈਕਸਟ ਹੈ ਆਪਣੇ ਕੋਲ ਇੰਟਰਮੋਲੀਕੂਲਰ ਫੋਰਸਿਸ। ਜਿਹੜੀਆਂ ਇੰਟਰਮੋਲੀਕੂਲਰ ਫੋਰਸਿਸ ਹੁੰਦੀਆਂ ਨੇ ਇਹਨਾਂ ਨੂੰ ਆਪਾਂ ਕਿਵੇਂ ਸਮਝ ਸਕਦੇ ਹਾਂ। ਇੱਥੇ ਆਪਾਂ ਦੇਖਣਾ ਹੁਣ ਇੰਟਰਮੋਲੀਕੂਲਰ ਨਾਮ ਕਹਿੰਦਾ ਹੈ ਤਾਂ ਜਿਹੜਾ ਇੰਟਰ ਮਤਲਬ ਵਿੱਚ, ਮੋਲੀਕੂਲਰ ਮਤਲਬ ਮੋਲੀਕਿਊਲਸ ਦੇ ਵਿੱਚ ਜਿਹੜੀਆਂ ਫੋਰਸਿਸ ਹੁੰਦੀਆਂ ਨੇ ਉਹ ਹੁੰਦੀਆਂ ਨੇ ਆਪਣੀਆਂ ਇੰਟਰਮੋਲੀਕੂਲਰ ਫੋਰਸਿਸ। ਹੁਣ ਮੋਲੀਕਿਊਲਸ ਆਪਾਂ ਨੂੰ ਪਤਾ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਹੁੰਦੇ ਆ ਪੋਲਰ, ਇੱਕ ਹੁੰਦਾ ਨਾਨ ਪੋਲਰ। ਪੋਲਰ ਜਿਨ੍ਹਾਂ ਦੇ ਵਿੱਚ ਨੈਗੇਟਿਵ ਅਤੇ ਪੋਜ਼ੀਟਿਵ ਪਾਰਟ ਅਲੱਗ-ਅਲੱਗ ਹੁੰਦੇ ਨੇ ਮੋਲੀਕਿਊਲ ਦੇ ਵਿੱਚ, ਮਤਲਬ ਇੱਕ ਮੋਲੀਕਿਊਲ ਦੇ ਇੱਕ ਸਾਈਡ 'ਤੇ ਨੈਗੇਟਿਵ ਪਾਰਟ ਹੈ, ਇੱਕ ਸਾਈਡ 'ਤੇ ਮੋਲੀਕਿਊਲ ਦੇ ਪੋਜ਼ੀਟਿਵ ਪਾਰਟ ਹੈ, ਠੀਕ ਹੈ। ਜਾਂ ਕਹਿ ਲਓ ਵੀ ਇਲੈਕਟ੍ਰੋਨਸ ਮੋਲੀਕਿਊਲ ਦੇ ਇੱਕ ਸਾਈਡ 'ਤੇ ਜ਼ਿਆਦਾ ਨੇ, ਦੂਸਰੀ ਸਾਈਡ 'ਤੇ ਘੱਟ ਨੇ। ਤਾਂ ਜਿੱਧਰ ਜ਼ਿਆਦਾ ਇਲੈਕਟ੍ਰੋਨਸ ਨੇ ਉਹ ਨੈਗੇਟਿਵ ਹੋ ਜਾਊਗਾ, ਜਿੱਧਰ ਘੱਟ ਇਲੈਕਟ੍ਰੋਨਸ ਨੇ ਉਹ ਪੋਜ਼ੀਟਿਵ ਹੋ ਜਾਊਗਾ। ਤਾਂ ਦੋ ਤਰ੍ਹਾਂ ਦੇ ਪੋਲਸ ਬਣ ਗਏ ਮੋਲੀਕਿਊਲ ਦੇ ਵਿੱਚ ਹੀ, ਨੈਗੇਟਿਵ ਪੋਲ ਅਤੇ ਪੋਜ਼ੀਟਿਵ ਪੋਲ। ਤਾਂ ਇਸੇ ਨੂੰ ਕਹਿੰਦੇ ਆ ਡਾਈਪੋਲ। ਦੋ ਪੋਲ ਮਤਲਬ ਡਾਈਪੋਲ, ਠੀਕ ਹੈ। ਡਾਈਪੋਲ ਬਣ ਜਾਂਦਾ ਮੋਲੀਕਿਊਲ ਦੇ ਵਿੱਚ। ਹੁਣ ਪੋਲਰ ਮੋਲੀਕਿਊਲਸ ਨੇ ਜਿਹੜੇ, ਉਹਨਾਂ ਦੇ ਵਿੱਚ ਨੈਗੇਟਿਵ ਪੋਲ ਅਲੱਗ ਹੁੰਦਾ, ਪੋਜ਼ੀਟਿਵ ਪੋਲ ਅਲੱਗ ਹੁੰਦਾ। ਤਾਂ ਇੱਕ ਮੋਲੀਕਿਊਲ ਦਾ ਨੈਗੇਟਿਵ ਪੋਲ ਦੂਸਰੇ ਮੋਲੀਕਿਊਲ ਦੇ ਪੋਜ਼ੀਟਿਵ ਪੋਲ ਨੂੰ ਅਟਰੈਕਟ ਕਰੂਗਾ। ਇਸੇ ਤਰ੍ਹਾਂ ਹੀ ਇੱਕ ਮੋਲੀਕਿਊਲ ਦਾ ਪੋਜ਼ੀਟਿਵ ਦੂਸਰੇ ਦੇ ਨੈਗੇਟਿਵ ਨੂੰ ਅਟਰੈਕਟ ਕਰੂਗਾ, ਠੀਕ ਹੈ। ਤਾਂ ਇਹ ਜਿਹੜੀ ਅਟਰੈਕਸ਼ਨ ਹੈ ਡਾਈਪੋਲ ਅਤੇ ਡਾਈਪੋਲ ਦੇ ਨਾਲ, ਇਹਨਾਂ ਅਟਰੈਕਸ਼ਨਸ ਨੂੰ ਆਪਾਂ ਕਹਿੰਦੇ ਹਾਂ ਡਾਈਪੋਲ ਇੰਟਰੈਕਸ਼ਨ। ਮਤਲਬ ਪਹਿਲੇ ਮੋਲੀਕਿਊਲ ਦਾ ਵੀ ਡਾਈਪੋਲ ਸੀ, ਦੂਸਰੇ ਦਾ ਵੀ ਡਾਈਪੋਲ ਸੀ, ਤਾਂ ਦੋਨਾਂ ਦੇ ਵਿੱਚ ਜਿਹੜੀ ਇੰਟਰੈਕਸ਼ਨ ਹੈ ਉਸ ਨੂੰ ਆਪਾਂ ਕਹਿੰਦੇ ਡਾਈਪੋਲ ਇੰਟਰੈਕਸ਼ਨਸ, ਠੀਕ ਹੈ। ਫਾਰ ਐਗਜ਼ਾਮਪਲ HCl, CO2 ਹੋ ਗਿਆ, ਵਾਟਰ ਹੋ ਗਿਆ, ਇੱਦਾਂ ਦੇ ਜਿਹੜੇ ਸਾਰੇ ਵੀ HF ਮੋਲੀਕਿਊਲ ਹੋ ਗਿਆ, ਇੱਦਾਂ ਦੇ ਸਾਰੇ ਵੀ ਮੋਲੀਕਿਊਲਸ ਨੇ ਜਿਨ੍ਹਾਂ ਦੇ ਵਿੱਚ ਪੋਜ਼ੀਟਿਵ ਪੋਲ ਅਲੱਗ ਹੈ, ਨੈਗੇਟਿਵ ਪੋਲ ਅਲੱਗ ਹੈ, ਠੀਕ ਹੈ। ਜਾਂ ਕਹਿ ਲਓ ਇੱਕ ਇਲੈਕਟ੍ਰੋਨੈਗੇਟਿਵ ਐਲੀਮੈਂਟ ਹੈ, ਦੂਸਰਾ ਜਿਹੜਾ ਹੈ ਉਹ ਘੱਟ ਇਲੈਕਟ੍ਰੋਨੈਗੇਟਿਵ ਐਲੀਮੈਂਟ ਹੈ, ਜਿਵੇਂ ਹਾਈਡਰੋਜਨ, ਠੀਕ ਹੈ। ਕਲੋਰੀਨ ਅਤੇ ਆਕਸੀਜਨ ਅਤੇ ਫਲੋਰੀਨ ਇਹ ਇਲੈਕਟ੍ਰੋਨੈਗੇਟਿਵ ਹੁੰਦੇ ਨੇ, ਮੋਸਟ ਇਲੈਕਟ੍ਰੋਨੈਗੇਟਿਵ ਹੁੰਦੇ ਨੇ, ਤਾਂ ਕਰਕੇ ਨੈਗੇਟਿਵ ਅਤੇ ਪੋਜ਼ੀਟਿਵ ਪੋਲ ਅਲੱਗ-ਅਲੱਗ ਬਣ ਜਾਂਦੇ ਨੇ। ਹੁਣ ਇਹ ਤਾਂ ਹੋ ਗਏ ਪੋਲਰ ਮੋਲੀਕਿਊਲਸ। ਜਿਹੜੇ ਆਪਣੇ ਕੋਲ ਹੁੰਦੇ ਆ ਨਾਨ ਪੋਲਰ ਮੋਲੀਕਿਊਲਸ, ਉਹਨਾਂ ਦੇ ਵਿੱਚ ਕੀ ਹੁੰਦਾ, ਨਾਨ ਪੋਲਰ ਮੋਲੀਕਿਊਲਸ ਕਿਉਂ ਬਣਦੇ ਨੇ? ਕਿਉਂਕਿ ਉਹਨਾਂ ਦੇ ਵਿੱਚ ਪੋਜ਼ੀਟਿਵ ਅਤੇ ਨੈਗੇਟਿਵ ਚਾਰਜਸ ਦੇ ਜਿਹੜੇ ਸੈਂਟਰਸ ਨੇ ਉਹ ਕੋਇਨਸਾਈਡ ਕਰਦੇ ਨੇ। ਕੋਇਨਸਾਈਡ ਕਰਨਾ ਮਤਲਬ ਇੱਕੋ ਪੁਆਇੰਟ ਹੈ ਜਿਹੜਾ ਉਹ ਪੋਜ਼ੀਟਿਵ ਚਾਰਜ ਦਾ ਸੈਂਟਰ ਹੋਊਗਾ, ਉਹੀ ਪੁਆਇੰਟ ਹੈ ਜਿਹੜਾ ਉਹ ਨੈਗੇਟਿਵ ਚਾਰਜ ਦਾ ਸੈਂਟਰ ਹੋਊਗਾ, ਠੀਕ ਹੈ। ਮਤਲਬ ਇੱਦਾਂ ਨਹੀਂ ਹੁੰਦਾ ਕਿ ਮੋਲੀਕਿਊਲ ਦੇ ਇੱਕ ਪਾਰਟ 'ਚ ਇਲੈਕਟ੍ਰੋਨ ਵੱਧ ਨੇ, ਇੱਕ ਪਾਰਟ 'ਚ ਇਲੈਕਟ੍ਰੋਨ ਘੱਟ ਨੇ, ਠੀਕ ਹੈ। ਸਾਰੇ ਦੇ ਸਾਰੇ ਮੋਲੀਕਿਊਲ 'ਚ ਜਿੰਨੇ ਇੱਕ ਪਾਸੇ ਇਲੈਕਟ੍ਰੋਨ ਹੋਣਗੇ ਉਨੇ ਇਲੈਕਟ੍ਰੋਨ ਦੂਸਰੇ ਪਾਸੇ ਹੋਣਗੇ, ਤਾਂ ਉਹਦੇ ਵਿੱਚ ਬੈਲੈਂਸ ਬਣ ਕੇ ਰਹਿੰਦਾ। ਅਤੇ ਸੈਂਟਰ ਉਹਦਾ ਜਿਹੜਾ ਹੈ ਉਹ ਮੋਲੀਕਿਊਲ ਦੇ ਸੈਂਟਰ ਨਾਲ ਕੋਇਨਸਾਈਡ ਕਰ ਜਾਂਦਾ। ਮੋਲੀਕਿਊਲ ਦਾ ਜਿੱਥੇ ਸੈਂਟਰ ਹੁੰਦਾ ਉੱਥੇ ਪੋਜ਼ੀਟਿਵ ਦਾ, ਉੱਥੇ ਨੈਗੇਟਿਵ ਸੈਂਟਰ ਦਾ ਜਿਹੜਾ ਨੈਗੇਟਿਵ ਚਾਰਜ ਦਾ ਸੈਂਟਰ ਜਿਹੜਾ ਉੱਥੇ ਹੀ ਰਹਿੰਦੇ ਨੇ, ਠੀਕ ਹੈ। ਤਾਂ ਕਰਕੇ ਇਹੋ ਜਿਹੇ ਮੋਲੀਕਿਊਲਸ ਦੇ ਵਿੱਚ ਡਾਈਪੋਲ ਇੰਟਰੈਕਸ਼ਨਾਂ ਨਹੀਂ ਹੁੰਦੀਆਂ। ਇਹੋ ਜਿਹੇ ਮੋਲੀਕਿਊਲਸ ਦੇ ਵਿੱਚ ਜਿਹੜੀਆਂ ਇੰਟਰੈਕਸ਼ਨਸ ਹੁੰਦੀਆਂ ਨੇ ਉਹ ਬਹੁਤ ਜ਼ਿਆਦਾ ਵੀਕ ਹੁੰਦੀਆਂ ਨੇ, ਕਿਉਂਕਿ ਪੋਲਸ ਅਲੱਗ-ਅਲੱਗ ਹੁੰਦੇ ਨੇ। ਤਾਂ ਜਿਹੜੀਆਂ ਇਹ ਵੀਕ ਅਟਰੈਕਸ਼ਨਸ ਨੇਗੀਆਂ ਇਹਨਾਂ ਨੂੰ ਆਪਾਂ ਕਹਿੰਦੇ ਹਾਂ ਸਭ ਤੋਂ ਪਹਿਲਾਂ ਤਾਂ ਵਨ ਡਰ ਵਾਲਸ ਇੰਟਰੈਕਸ਼ਨਸ, ਠੀਕ ਹੈ। ਜਿਹੜੀਆਂ ਵਨ ਡਰ ਵਾਲਸ ਇੰਟਰੈਕਸ਼ਨਸ ਨੇ ਇਹ ਬਣਦੀਆਂ ਕਿਵੇਂ ਨੇ, ਇਹਨੂੰ ਸਮਝਣ ਦੇ ਲਈ ਆਪਾਂ ਹੁਣ ਡਿਸਕਸ ਕਰਦੇ ਹਾਂ। ਇੱਕ ਮੋਲੀਕਿਊਲ ਕੰਸੀਡਰ ਕਰੋ ਪਹਿਲਾਂ ਤਾਂ, ਇੱਕ ਨਾਨ ਪੋਲਰ ਮੋਲੀਕਿਊਲ ਹੈ ਸਫੀਅਰ ਦੀ ਸ਼ੇਪ ਦੇ ਵਿੱਚ, ਠੀਕ ਹੈ। ਤਾਂ ਉਹ ਜਿਹੜੇ ਸਫੀਅਰ ਦੀ ਸ਼ੇਪ ਦੇ ਵਿੱਚ ਹੈ ਉਹਦੇ ਸੈਂਟਰ 'ਤੇ ਮੰਨ ਲਓ ਪੋਜ਼ੀਟਿਵ ਚਾਰਜ ਹੈ, ਨੈਗੇਟਿਵ ਚਾਰਜ ਸਾਰੇ ਆਸੇ ਪਾਸੇ ਜਿਹੜਾ ਸਾਰੇ ਕਿਤੇ ਹੈ ਜਿਹੜਾ ਉਹ ਨੈਗੇਟਿਵ ਚਾਰਜ ਪਿਆ, ਠੀਕ ਹੈ। ਆ ਜਿਹੜਾ ਸਾਰਾ ਹੈ ਇਹ ਨੈਗੇਟਿਵ ਚਾਰਜ ਹੈ, ਸਫੀਅਰ ਦੇ ਸੈਂਟਰ ਦੇ ਉੱਪਰ ਪੋਜ਼ੀਟਿਵ ਚਾਰਜ ਹੈ, ਠੀਕ ਹੈ। ਤਾਂ ਕੀ ਹੈ ਆਪਣੇ ਕੋਲ ਜਦੋਂ ਇਹ ਸਫੀਅਰ ਹੈ, ਮੰਨ ਲਓ ਥੋੜ੍ਹਾ ਜਿਹਾ ਫਰੈਕਸ਼ਨ ਹੈ ਟਾਈਮ ਦਾ, 1 ਸੈਕਿੰਡ ਦਾ ਛੋਟਾ ਜਿਹਾ ਹਿੱਸਾ ਕਹਿ ਲਓ, 1000ਵਾਂ ਜਾਂ ਲੱਖਵਾਂ ਹਿੱਸਾ 1 ਸੈਕਿੰਡ ਦੇ, ਜੇ ਆਪਾਂ ਲੱਖ ਹਿੱਸੇ ਕਰ ਲਈਏ ਉਹਨਾਂ 'ਚੋਂ ਇੱਕ, ਠੀਕ ਹੈ। ਉਨੇ ਕੁ ਟਾਈਮ ਵਾਸਤੇ ਕੀ ਹੁੰਦਾ, ਇਹਦੇ ਇਲੈਕਟ੍ਰੋਨਸ ਨੇ ਜਿਹੜੇ ਇੱਕ ਸਾਈਡ 'ਤੇ ਚਲੇ ਜਾਂਦੇ ਨੇ, ਇਸ ਸਾਈਡ 'ਤੇ ਆ ਗਏ ਇਹਦੇ ਇਲੈਕਟ੍ਰੋਨਸ, ਠੀਕ ਹੈ। ਤਾਂ ਕਿਉਂਕਿ ਇਲੈਕਟ੍ਰੋਨਸ ਤਾਂ ਕੰਟੀਨਿਊਸਲੀ ਮੂਵ ਕਰਦੇ ਰਹਿੰਦੇ ਨੇ, ਠੀਕ ਹੈ। ਤਾਂ ਇਸ ਸਾਈਡ 'ਤੇ ਇਹਦੇ ਇਲੈਕਟ੍ਰੋਨਸ ਨੇ ਜਿਹੜੇ ਇੱਕ ਪਾਸੇ 'ਤੇ ਆ ਗਏ। ਜਦੋਂ ਇਹਦੇ ਇਲੈਕਟ੍ਰੋਨਸ ਇੱਕ ਪਾਸੇ 'ਤੇ ਆ ਗਏ, ਦੂਸਰਾ ਪਾਸਾ ਜਿਹੜਾ ਹੈ ਉਹ ਪੋਜ਼ੀਟਿਵ ਰਹਿ ਗਿਆ। ਜਿੱਧਰ ਇਲੈਕਟ੍ਰੋਨ ਆਏ ਉਹ ਕੀ ਬਣ ਗਿਆ, ਨੈਗੇਟਿਵ ਬਣ ਗਿਆ, ਨੈਗੇਟਿਵ ਪੋਲ ਬਣ ਗਿਆ। ਜਿੱਧਰ ਪੋਜ਼ੀਟਿਵ ਹੈ ਉਹ ਪੋਜ਼ੀਟਿਵ ਪੋਲ ਬਣ ਗਿਆ, ਆਹ ਪੋਜ਼ੀਟਿਵ ਪੋਲ ਬਣ ਗਿਆ,
ठीक है। तो ये भी दोनों पोल्स अलग हो गए। हुण जो ये मॉलीक्यूल एक होर यहो ਜਿਹੇ मॉलीक्यूल कोले जाऊगा तो उन्होंने भी ये पोलराइज कर दूगा, तो जिधर नैगेटिव जाऊ उधर वो पॉजिटिव बन जूगा। नैगेटिव नूं क्योंकि नैगेटिव रिपैल कर दो, नैगेटिव दूसरे पासे चला गया तो पॉजिटिव ये नेड़े आ गया नैगेटिव दे, नैगेटिव वो दूसरे पासे चल गया। तो इन्हों भी इंड्यूस करता। इंड्यूस करना होंदा मतलब पैदा करना, ठीक है। मतलब पहला मॉलीक्यूल ठीक सी स्टेबल सी स्फेरिकल सीगा, उन्हें उहदे विच चार्ज पैदा करते, पॉजिटिव तो चार्ज अलग अलग चार्ज जिहड़े ने उहदे विच बन गए, ठीक है। तो जेडे हुण इहदे विच चार्ज अलग अलग हो गए तो इंट्रैक्शनस भी होणगियां, नैगेटिव पॉजिटिव नूं अट्रैक्ट करूगा। तो यह जिहियां जिहड़ियां इंट्रैक्शनस ने इन्हां नूं आपां कहने आ वन डर वाल्स इंट्रैक्शनस या फिर वन डर वाल्स अट्रैक्शनस, ठीक है। हुण ये जिहड़ियां इंट्रैक्शनस ने दो तरह दीयां हुंदियां ने अपने कोले। जिहड़ी पहली है वो है अपने कोले डाईपोल इंड्यूस्ड डाईपोल इंट्रैक्शनस। इन्हां दा नाम दे विचों ही इन्हां दा मतलब क्लीयर है। मतलब की है पहला है डाईपोल, फिर है इंड्यूस्ड डाईपोल। इंड्यूस हुंदा बनाउणा, ठीक है। डाईपोल ने एक डाईपोल बनाया, ठीक है। पहली इहदा मतलब की है इस डाईपोल ने दूसरा डाईपोल इंड्यूस किया, पहले डाईपोल ने दूसरा डाईपोल बनाया, ठीक है। हुण एक मतलब डाईपोल होऊगा कित्थे पोलर दे विच, इंड्यूस काहदे च करूगा वो नॉन पोलर दे विच। जदों एक पोलर मॉलीक्यूल ते एक नॉन पोलर मॉलीक्यूल इकट्ठे हुंदे ने तो उस टाइम ते जिहड़ा पोलर मॉलीक्यूल है वो नॉन पोलर मॉलीक्यूल दे विच डाईपोल बना दिंदा। डाईपोल बनाउण तो बाद एक दा पॉजिटिव दूसरे दे नैगेटिव नूं अट्रैक्ट करूगा तो उन्हां दे विच इंट्रैक्शनस हो जाणगीआं। ते जिहड़ियां ये इंट्रैक्शनस होणगीआं इन्हां इंट्रैक्शनस नूं आपां कहांगे डाईपोल इंड्यूस्ड डाईपोल इंट्रैक्शनस। क्यों? क्योंकि एक डाईपोल पहला ही हैगा सी, दूसरा बाद दे विच बणिया। तो डाईपोल इंड्यूस्ड डाईपोल इंट्रैक्शनस, ठीक है। यह चीज़ जिहड़ी इहदी एग्जाम्पल है वो की है वाटर दे विच जदों आपां जीनॉन पाउने आ, ठीक है। जीनॉन गैस है जदों वाटर दे विच आपां डिजोल्व करदे आ, वाटर दे मॉलीक्यूल्स ने जिहड़े वो जीनॉन दे नॉन पोलर मॉलीक्यूल्स हुंदे जिहड़े उन्हां नूं इंड्यूस करके उहदे विच डाईपोल बना दिंदे ने, ठीक है। तो जिहड़ी जीनॉन है वो स्प्रिंगली सॉल्यूबल मतलब थोड़ी जी जीनॉन पानी दे विच घुल सकदी है। जे आपां 5 ग्राम लवांगे तो उहदे विच 2 ग्राम जीनॉन है जिहड़ी वो पानी दे विच घुल जूगी, इदां स्प्रिंगली सॉल्यूबल हुंदी है, ठीक है। नैक्सट है अपने कोले इंड्यूस्ड डाईपोल इंट्रैक्शन। हुण पिछले पेज ते जिहड़ा आपां पढ़िया भी नॉन पोलर मॉलीक्यूल्स ने जदों, ठीक है, तो थोड़े जिहे फ्रैक्शन ऑफ टाइम वास्ते ਉਹਦੇ ਵਿੱਚ ਇੱਕ पोल है ਜਿਹੜਾ डाईपोल है वो जनरेट हो गया। उस जनरेट होए पर टैंपररी डाईपोल ने उस जनरेट होए टैंपररी डाईपोल ने दूसरे मॉलीक्यूल ਦੇ ਵਿੱਚ ਇੱਕ टैंपररी डाईपोल जनरेट करता, ठीक है। ਉਹ दूसरा मॉलीक्यूल ਅੱਗੇ ਤੀਸਰੇ 'ਚ ਕਰ ਦੂ, ਇੱਦਾਂ ਹੀ ਸਾਰੇ ਮॉलीक्यूल्स ਦੇ ਵਿੱਚ डाईपोल जनरेट हो ਜਾਊਗਾ। ਅਤੇ ਇਹਦੇ ਵਿੱਚ ਜਿਹੜੀ ਇੰਟਰੈਕਸ਼ਨ ਹੋਊਗੀ ਉਹਨੂੰ ਆਪਾਂ ਕੀ ਕਹਾਂਗੇ ਇੰਡਿਊਸਡ डाईपोल क्योंकि पहला डाईपोल भी इंड्यूस होया, दूसरा ਉਹਨੇ इंड्यूस ਕੀਤਾ। ਤਾਂ इंड्यूस्ड डाईपोल इंट्रैक्शनस, ठीक है, ਜਾਂ अट्रैक्शनस। ਹੁਣ ਨੈਕਸਟ ਇਹਦੇ ਜਿਹੜੀਆਂ ਇੰਟਰੈਕਸ਼ਨਸ ਹੁੰਦੀਆਂ ਨੇ ਇਹਦੇ ਵਿੱਚ ਹੁੰਦੀਆਂ ਨੇ CH4 CCl4 ਜਿਹੜੇ ਕਿ ਟੈਟਰਾਹਾਈਡਰਲ ਹੁੰਦੇ ਨੇ, ਠੀਕ ਹੈ। ਮਤਲਬ ਉਹਨਾਂ ਦੇ ਵਿੱਚ ਡਾਈਪੋਲ ਮੂਵਮੈਂਟ ਨਹੀਂ ਹੁੰਦਾ। ਨੈਕਸਟ ਹੈ ਆਪਣੇ ਕੋਲੇ ਵੰਡਰਵਾਲ ਰਿਪਲਸ਼ਨਸ। ਹੁਣ ਇਹ ਵੰਡਰਵਾਲ ਰਿਪਲਸ਼ਨਸ ਕੀ ਹੁੰਦੀਆਂ ਨੇ? ਜਦੋਂ ਦੋ ਮੋਲੀਕਿਊਲਸ ਆਪਾਂ ਕਹਿੰਦੇ ਆ ਵੀ ਹਾਂ ਇੱਕ ਦੂਸਰੇ ਦੇ ਨੇੜੇ ਆਉਂਦੇ ਨੇ ਤਾਂ ਇੱਕ ਦੂਸਰੇ ਨੂੰ ਇੰਟਰੈਕਟ ਕਰਦੇ ਨੇ, ਠੀਕ ਹੈ, ਅਟਰੈਕਟ ਕਰਦੇ ਨੇ ਇੱਕ ਦੂਸਰੇ ਨੂੰ, ਉਹ ਆਪਦੇ ਵੱਲ ਨੂੰ ਖਿੱਚਦੇ ਨੇ, ਠੀਕ ਹੈ। ਪਰ ਜਦੋਂ ਇਹ ਇੰਨੀ ਕੁ ਨੇੜੇ ਆ ਜਾਣਗੇ ਵੀ ਉਹਨਾਂ ਦੇ ਜਿਹੜੇ ਰੇਡੀਅਸ ਨੇ ਉਹ ਇੱਕ ਦੂਸਰੇ ਨਾਲ ਮਤਲਬ ਉਹਨਾਂ ਦਾ ਜਿਹੜਾ ਡਿਸਟੈਂਸ ਹੈ ਉਹਨਾਂ ਦੇ ਰੇਡੀਅਸ ਦੇ ਸਮ ਤੋਂ ਇਨਕਰੀਜ਼ ਕਰ ਜੇ, ਮਤਲਬ ਇਹ ਆਪਸ ਤੋਂ ਦੂਰ ਸੀ, ਇੱਕ ਦੂਸਰੇ ਨੂੰ ਅਟਰੈਕਟ ਕਰ ਰਹੇ ਸੀ। ਇੱਕ ਟਾਈਮ ਆਊਗਾ ਜਦੋਂ ਇਹ ਬਿਲਕੁਲ ਨਾਲ ਜੁੜ ਜਾਣਗੇ, ਠੀਕ ਹੈ। ਕਿਉਂਕਿ ਵੰਡਰਵਾਲ ਰੇਡੀਅਸ ਹੈ ਜਿਹੜਾ ਉਹਨੂੰ ਆਪਾਂ ਇੱਥੇ ਮੈਂ ਲਿਖਿਆ ਰੀਅਲ ਜਾਂ ਵਰਚੁਅਲ, ਠੀਕ ਹੈ। ਰੀਅਲ ਕਦੋਂ ਹੋਊਗਾ? ਜਦੋਂ ਐਕਚੁਅਲੀ ਇੱਕ ਦੂਸਰੇ ਨਾਲ ਦੋ ਐਟਮਸ ਨੇ ਜਿਹੜੇ ਉਹ ਮਿਲ ਜਾਣਗੇ, ਟੱਚ ਕਰਨਗੇ, ਠੀਕ ਹੈ। ਜਿਹੜਾ ਵੰਡਰਵਾਲ ਰੇਡੀਅਸ ਹੈ ਇਹ ਜਿਹੜਾ ਹੁੰਦਾ ਇਹ ਵਰਚੁਅਲ ਹੁੰਦਾ, ਮਤਲਬ ਐਕਚੁਅਲੀ ਐਗਜ਼ਿਸਟ ਨਹੀਂ ਕਰਦਾ। ਵੰਡਰਵਾਲ ਰੇਡੀਅਸ ਹੈ ਜਿਹੜਾ ਇਹਨੂੰ ਆਪਾਂ ਇੱਦਾਂ ਕਹਿ ਸਕਦੇ ਹਾਂ ਵੀ ਇੱਕ ਮੋਲੀਕਿਊਲ ਦਾ ਜੇ ਇੱਕ ਐਟਮ ਹੈ ਜਿਵੇਂ ਹਾਈਡਰੋਜਨ ਹੈ, ਮੰਨ ਲਓ 70 ਪਿਕੋਮੀਟਰ ਉਹਦਾ ਰੇਡੀਅਸ ਹੈ, ਠੀਕ ਹੈ। ਤਾਂ ਜਿਹੜਾ ਉਹਦਾ ਇਫੈਕਟ ਹੈ ਉਹ 120 ਪਿਕੋਮੀਟਰ ਤੱਕ ਆਪਾਂ ਉਹਦਾ ਰੇਡੀਅਸ ਹੈ ਕੋਵਲੈਂਟ ਜਾਂ ਆਇਨਿਕ, ਉਹ ਆਪਾਂ 70 ਪਿਕੋਮੀਟਰ ਮੰਨਾਂਗੇ, ਠੀਕ ਹੈ। ਪਰ ਜੇ ਉਹਦਾ ਵੰਡਰਵਾਲ ਰੇਡੀਅਸ ਦੇਖਣਾ ਆਪਾਂ ਤਾਂ 120 ਪਿਕੋਮੀਟਰ ਮੰਨਾਂਗੇ, ਮਤਲਬ ਜਿੱਥੇ ਤੱਕ ਉਹਨੂੰ ਫੀਲ ਕੀਤਾ ਜਾ ਸਕਦਾ ਉਹ ਉਹਦਾ ਵੰਡਰਵਾਲ ਰੇਡੀਅਸ ਹੋਊਗਾ, ਠੀਕ ਹੈ। ਤਾਂ ਵੰਡਰਵਾਲ ਰੇਡੀਅਸ ਜਿਹੜਾ ਹੈ ਉਹ ਵਰਚੁਅਲ ਹੁੰਦਾ, ਜਿਹੜਾ ਇਕੁਇਵਲੈਂਟ ਜਾਂ ਆਇਨਿਕ ਰੇਡੀਅਸ ਹੁੰਦਾ ਉਹ ਰੀਅਲ ਹੁੰਦਾ। ਤਾਂ ਕਰਕੇ ਮੈਂ ਇੱਥੇ ਰੀਅਲ ਜਾਂ ਵਰਚੁਅਲ ਲਿਖਿਆ, ਠੀਕ ਹੈ। ਪਰ ਵੰਡਰਵਾਲ ਪੜ੍ਹਦੇ ਹਾਂ ਤਾਂ ਆਪਾਂ ਇੱਥੇ ਵਰਚੁਅਲ ਹੀ ਕਰਾਂਗੇ। ਤਾਂ ਇਹਦੇ ਵਿੱਚ ਕੀ ਹੋਊਗਾ ਹੁਣ ਆਪਣੇ ਕੋਲੇ ਜਿਹੜਾ ਵਰਚੁਅਲ ਰੇਡੀਅਸ ਹੈ, ਠੀਕ ਹੈ, ਜੇ ਉਸ ਤੋਂ ਵੀ ਡਿਸਟੈਂਸ ਘੱਟ ਜਾਂਦਾ ਮੋਲੀਕਿਊਲਸ ਦਾ ਆਪਸ ਤੋਂ ਦੋਨੇ ਨੇੜੇ ਵਗ ਗਏ ਤਾਂ ਉਸ ਟਾਈਮ 'ਤੇ ਇੱਕ ਦੂਸਰੇ ਦੇ ਜਿਵੇਂ ਆਪਾਂ ਕਹਿ ਲਓ ਵੀ ਇੱਕ ਬੰਦਾ ਧੱਕੇ ਨਾਲ ਦੂਸਰੇ ਬੰਦੇ ਦੇ ਘਰੇ ਵੜ ਰਿਹਾ ਤਾਂ ਉਹ ਦੂਜੇ ਨੂੰ ਧੱਕਾ ਹੀ ਮਾਰੂਗਾ, ਉਹ ਆਪਦੇ ਘਰੇ ਥੋੜ੍ਹੀ ਵਾੜੂਗਾ, ਠੀਕ ਹੈ। ਤਾਂ ਇਹ ਇੱਕ ਦੂਸਰੇ ਨੂੰ ਰਿਪੈਲ ਕਰਨਾ ਸਟਾਰਟ ਕਰ ਦਿੰਦੇ ਨੇ। ਤਾਂ ਉਸ ਟਾਈਮ 'ਤੇ ਇੰਟਰੈਕਸ਼ਨਸ ਨੇ ਜਿਹੜੀਆਂ ਨੇੜੇ ਆਉਣ ਵਾਲੀਆਂ ਅਟਰੈਕਸ਼ਨਸ ਨੇ ਜਿਹੜੀਆਂ ਉਹ ਰਿਪਲਸ਼ਨਸ ਦੇ ਵਿੱਚ ਚੇਂਜ ਹੋ ਜਾਂਦੀਆਂ ਨੇ। ਤਾਂ ਕਰਕੇ ਜਿਹੜੀਆਂ ਇਹ ਵੰਡਰਵਾਲ ਅਟਰੈਕਸ਼ਨਸ ਨੇ ਉਹੀ
ਵੰਡਰਵਾਲ ਰਿਪਲਸ਼ਨਸ ਬਣ ਜਾਂਦੀਆਂ ਨੇ। ਠੀਕ ਹੈ, ਕਦੋਂ ਜਦੋਂ ਇੱਕ ਦੂਸਰੇ ਦੇ ਵੰਡਰਵਾਲ ਰੇਡੀਅਸ ਨੂੰ ਦੋ ਮੋਲੀਕਿਊਲਸ ਉਹਦੇ ਮਤਲਬ ਉਹਨਾਂ ਦੇ ਅੰਦਰ ਚਲੇ ਜਾਂਦੇ ਨੇ, ਵੰਡਰਵਾਲ ਰੇਡੀਅਸ ਕ੍ਰੋਸ ਕਰ ਦਿੰਦੇ ਨੇ, ਉਸ ਟਾਈਮ 'ਤੇ ਜਿਹੜੀਆਂ ਅਟਰੈਕਸ਼ਨਸ ਨੇ ਉਹ ਕੀ ਹੈ, ਰਿਪਲਸ਼ਨਸ ਬਣ ਜਾਣਗੀਆਂ। ਠੀਕ ਹੈ, ਅੱਜ ਦੀ ਵੀਡੀਓ ਦੇ ਵਿੱਚ ਆਪਣਾ ਇੰਨਾ ਹੀ ਸੀਗਾ, ਹੋਪ ਹੈ ਸਮਝ ਆ ਗਿਆ ਹੋ। ਬਾਕੀ ਆਪਾਂ ਜਿਹੜਾ ਹੈ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਥੈਂਕ ਯੂ।